हेलो स्टूडेंट, वेलकम बैक। मैं कृष्ण यादव ਤੁਹਾਡਾ ਯਦੂ ਐਜੂਕੇਸ਼ਨ ਦੇ YouTube ਪਲੇਟਫਾਰਮ ਤੇ ਸਵਾਗਤ ਕਰਦਾ ਹਾਂ। ਅੱਜ ਦੀ ਕਲਾਸ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਕਲਾਸ ਹੈ। ਅੱਜ ਦੀ ਕਲਾਸ ਵਿੱਚ ਅਸੀਂ ਕਰਾਂਗੇ ਭਾਰਤ ਦੇ ਸੰਵਿਧਾਨ ਦੇ ਸਰੋਤ। ਬਹੁਤ ਸਾਰੇ ਲੋਕ ਭਾਰਤ ਦੇ ਸੰਵਿਧਾਨ ਨੂੰ ਉਧਾਰ ਦਾ ਥੈਲਾ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਬਹੁਤੀਆਂ ਗੱਲਾਂ ਅਸੀਂ ਅਲੱਗ-ਅਲੱਗ ਦੇਸ਼ਾਂ ਤੋਂ ਉਧਾਰ ਲਈਆਂ ਨੇ। ਮਤਲਬ ਇਹ ਕਹਿਣ ਦਾ ਵੀ ਲਗਭਗ ਭਾਰਤ ਨੇ ਆਪਣਾ ਮੋਸਟਲੀ ਸੰਵਿਧਾਨ ਦਾ ਟੌਪਿਕਸ ਨੇ ਜਾਂ ਫਿਰ ਉਹਦੇ ਪਾਰਟਸ ਨੇ ਉਹ ਅਸੀਂ ਉਧਾਰ ਲਏ ਨੇ। ਪਰ ਮੈਂ ਸਮਝਦਾ ਵੀ ਜਿਹੜੇ 60 ਦੇਸ਼ਾਂ ਤੋਂ ਅਸੀਂ ਸੰਵਿਧਾਨ ਨੂੰ ਉਧਾਰ ਲਿਆ ਹੈਗਾ ਜਾਂ ਉਹਨਾਂ ਤੋਂ ਚੰਗੀਆਂ ਗੱਲਾਂ ਅਸੀਂ ਉਧਾਰ ਲਈਆਂ ਨੇਗੀਆਂ, ਉਹ ਅਸੀਂ ਆਪਣੇ ਦੇਸ਼ ਦੀਆਂ ਸਥਿਤੀਆਂ ਦੇ ਅਨੁਕੂਲ ਲਈਆਂ ਨੇਗੀਆਂ। ਮਤਲਬ ਜਿਹੜੀਆਂ ਗੱਲਾਂ ਸਾਡੇ ਦੇਸ਼ ਦੇ ਅਨੁਸਾਰ ਢਲ ਸਕਦੀਆਂ ਸੀਗੀਆਂ, ਤਾਂ ਫਿਰ ਜੇ ਮੰਨ ਲਓ ਕਿਸੇ ਅੰਦਰ ਕੋਈ ਚੰਗੀ ਚੀਜ਼ ਹੈਗੀ, ਜੇ ਅਸੀਂ ਉਹਨੂੰ ਅਡੋਪਟ ਕਰ ਲੈਂਦੇ ਹਾਂ ਤਾਂ ਫਿਰ ਸਾਨੂੰ ਅਡੋਪਟ ਕਰ ਲੈਣਾ ਚਾਹੀਦਾ ਹੈਗਾ। ਇਸ ਕਰਕੇ ਸਾਡੇ ਸੰਵਿਧਾਨ ਦੇ ਨਿਰਮਾਤਾ ਜਿਹੜੇ ਬੜੇ ਸਮਝਦਾਰ ਸੀਗੇ, ਬੜੇ ਸੁਲਝੇ ਹੋਏ ਸੀਗੇ, ਤਾਂ ਉਹਨਾਂ ਨੇ ਬਿਨਾਂ ਝਿਜਕ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਕੀ ਕੀਤਾ ਸੀ, ਸਵੀਕਾਰ ਕੀਤਾ ਸੀਗਾ। ਤੇ ਅੱਜ ਆਪਾਂ ਪੜਾਂਗੇ ਇਹਦੇ ਵਿੱਚ ਵੀ ਭਾਰਤ ਦੇ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਉਹਨਾਂ ਨੇ ਕਿਹੜੀਆਂ ਚੰਗੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨਾਂ ਤੋਂ ਉਧਾਰ ਲਈਆਂ ਸੀਗੀਆਂ। ਵੈਸੇ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਮੰਨਿਆ ਜਾਂਦਾ ਹੈਗਾ ਉਹ ਸਾਡਾ ਭਾਰਤੀ ਸ਼ਾਸਨ ਐਕਟ ਜਿਹੜਾ 1935 ਦਾ ਸੀ, ਜਿਹੜਾ ਅੰਗਰੇਜ਼ੀ ਸਾਮਰਾਜ ਦੇ ਦੌਰਾਨ ਬਣਾਇਆ ਗਿਆ ਸੀਗਾ, ਉਹ ਤੋਂ ਲਿਆ ਗਿਆ। ਲਗਭਗ 250 ਦੇ ਕਰੀਬ ਜਿਹੜੇ ਸਾਡੇ ਸੰਵਿਧਾਨ ਦੇ ਆਰਟੀਕਲਸ ਨੇਗੇ ਉਹ ਅਸੀਂ ਸਾਡੇ 1935 ਦੇ ਜਿਹੜਾ ਭਾਰਤ ਸ਼ਾਸਨ ਐਕਟ ਸੀਗਾ ਉਹ ਤੋਂ ਲਿਆ ਹੈਗਾ। ਲੇਕਿਨ ਮੰਨ ਲਓ ਵੀ ਲਗਭਗ 70% ਦੇ ਕਰੀਬ ਜਿਹੜਾ ਸਾਡਾ ਸੰਵਿਧਾਨ ਸੀ ਉਹ ਅਸੀਂ ਇੱਥੋਂ ਉਧਾਰ ਲਿਆ ਹੈਗਾ। ਚਲੋ ਇਸ ਵਾਰ ਦੇਖਦੇ ਹਾਂ ਆਪਾਂ ਵੀ ਇੰਗਲੈਂਡ ਤੋਂ ਅਸੀਂ ਕੀ ਕੁਛ ਉਧਾਰ ਲਿਆ ਹੈਗਾ, ਬ੍ਰਿਟੇਨ ਦੇ ਸੰਵਿਧਾਨ ਤੋਂ ਅਸੀਂ ਕੀ ਕੁਛ ਉਧਾਰ ਲਿਆ ਹੈਗਾ। ਕਿਉਂਕਿ ਬ੍ਰਿਟੇਨ ਦਾ ਸ਼ਾਸਨ ਭਾਰਤ ਦੇ ਉੱਪਰ ਲੰਬੇ ਸਮੇਂ ਤੱਕ ਰਿਹਾ ਸੀਗਾ, ਇਸ ਕਰਕੇ ਲਾਜ਼ਮੀ ਤੌਰ ਤੇ ਇੰਗਲੈਂਡ ਦੇ ਸੰਵਿਧਾਨ ਦਾ ਪ੍ਰਭਾਵ ਭਾਰਤ ਦੇ ਸੰਵਿਧਾਨ ਤੇ ਪੈਣਾ ਲਾਜ਼ਮੀ ਸੀਗਾ। ਤਾਂ ਪਹਿਲੀ ਗੱਲ ਇਹਨਾਂ ਨੇ ਕੀ ਲਈ ਹੈ, ਸੰਸਦੀ ਪ੍ਰਣਾਲੀ। ਸੰਸਦੀ ਪ੍ਰਣਾਲੀ ਭਾਰਤ 'ਚ ਅਡੋਪਟ ਕੀਤੀ ਗਈ ਹੈ। ਦੁਨੀਆ ਦੇ ਵਿੱਚ 3 ਪ੍ਰਣਾਲੀਆਂ ਜ਼ਿਆਦਾ ਫੇਮਸ ਨੇਗੀਆਂ। ਇੱਕ ਸੰਸਦੀ ਪ੍ਰਣਾਲੀ ਜਿਹਨੂੰ ਅਸੀਂ ਪਾਰਲੀਮੈਂਟਰੀ ਸਿਸਟਮ ਆਖਦੇ ਹਾਂ, ਦੂਸਰਾ ਪ੍ਰੈਜ਼ੀਡੈਂਟ ਸਿਸਟਮ ਹੈ ਜਿਹਨੂੰ ਅਸੀਂ ਰਾਸ਼ਟਰਪਤੀ ਪ੍ਰਣਾਲੀ ਆਖਦੇ, ਤੇ ਇੱਕ ਕਲੈਕਟਿਵ ਸਿਸਟਮ ਹੁੰਦਾ ਜਿਹੜਾ ਦੁਨੀਆ ਦੇ ਵਿੱਚ ਸਵਿਟਜ਼ਰਲੈਂਡ ਵਰਗੇ ਇੱਕਾ ਦੁੱਕਾ ਦੇਸ਼ਾਂ ਦੇ ਵਿੱਚ ਪਾਇਆ ਜਾਂਦਾ ਹੈ। ਉਹ ਜ਼ਿਆਦਾ ਫੇਮਸ ਨਹੀਂ ਹੈਗਾ ਇੰਨਾ। ਪਰ ਅਸੀਂ ਪ੍ਰਧਾਨਗੀ ਪ੍ਰਣਾਲੀ ਦੀ ਜਗ੍ਹਾ ਜਾਂ ਰਾਸ਼ਟਰਪਤੀ ਪ੍ਰਣਾਲੀ ਦੀ ਜਗ੍ਹਾ ਤੇ ਅਸੀਂ ਸੰਸਦੀ ਪ੍ਰਣਾਲੀ ਨੂੰ ਅਡੋਪਟ ਕੀਤਾ ਹੈਗਾ, ਜਿਹਦੇ ਵਿੱਚ ਜਿਹੜੀ ਸਾਡੀ ਕਾਰਜਪਾਲਿਕਾ ਹੈ ਤੇ ਜਿਹੜੀ ਸਾਡੀ ਵਿਧਾਨ ਪਾਲਿਕਾ ਹੈ, ਉਹਨਾਂ ਦੋਨਾਂ ਦੇ ਵਿਚਕਾਰ ਆਪਸ ਵਿੱਚ ਗੂੜਾ ਸੰਬੰਧ ਹੁੰਦਾ ਹੈ। ਗੂੜੇ ਸੰਬੰਧ ਦਾ ਮਤਲਬ ਕੀ ਹੈ ਵੀ ਜੇ ਤੁਸੀਂ ਕਾਰਜਪਾਲਿਕਾ ਦੇ ਮੈਂਬਰ ਬਣਨਾ ਹੈ, ਕਾਰਜਪਾਲਿਕਾ ਮੀਨਸ ਜੇ ਤੁਸੀਂ ਮੰਤਰੀ ਪਰਿਸ਼ਦ ਦੇ ਮੈਂਬਰ ਬਣਨਾ ਹੈਗਾ ਤਾਂ ਫਿਰ ਤੁਹਾਨੂੰ ਵਿਧਾਨ ਪਾਲਿਕਾ ਦਾ ਮੈਂਬਰ ਬਣਨਾ ਪਊਗਾ। ਠੀਕ ਹੈ ਜੀ, ਇਹ ਫਰਕ ਹੁੰਦਾ ਇਹਦੇ ਵਿੱਚ। ਜਿਹੜੀ ਪ੍ਰਧਾਨਗੀ ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਨੇਤਾ ਹੁੰਦੇ ਨੇ ਜਾਂ ਮੰਤਰੀ ਹੁੰਦੇ ਨੇ, ਜਿਹੜੇ ਤੁਹਾਡੇ ਦੇਸ਼ ਦਾ ਮੁਖੀ ਹੁੰਦਾ ਉਹਨੂੰ ਤੁਸੀਂ ਡਾਇਰੈਕਟ ਤੌਰ ਤੇ ਚੁਣਦੇ ਹੋ। ਉਹਨੂੰ ਅਸੀਂ ਪ੍ਰਤੱਖ ਲੋਕਤੰਤਰ ਵੀ ਆਖਦੇ ਨੇ। ਸੰਸਦੀ ਪ੍ਰਣਾਲੀ ਜਿਹੜੇ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਉਹਨੂੰ ਅਸੀਂ ਅਪ੍ਰਤੱਖ ਲੋਕਤੰਤਰ ਆਖਦੇ ਹਾਂ। ਨੈਕਸਟ ਹੈ ਜੀ ਦੋ ਸਦਨੀ ਪ੍ਰਣਾਲੀ ਹੈ। ਦੋ ਸਦਨੀ ਵਿਧਾਨ ਪਾਲਿਕਾ ਸਾਡੇ ਇੱਥੇ ਇੱਕ ਲੋਕ ਸਭਾ ਹੈਗੀ ਤੇ ਇੱਕ ਰਾਜ ਸਭਾ ਹੈਗੀ। ਠੀਕ ਹੈ, ਇਹ ਵੀ ਅਸੀਂ ਪ੍ਰੇਰਿਤ ਹੋ ਕੇ ਲਈ ਸੀਗੀ ਇੰਗਲੈਂਡ ਤੋਂ। ਨੈਕਸਟ ਹੈ ਥਰਡ, ਲੋਕ ਸਭਾ ਦੇ ਪ੍ਰਤੀ ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਜਾਂ ਫਿਰ ਮੰਤਰੀ ਪਰਿਸ਼ਦ ਦੀ ਸਮੂਹਿਕ ਜ਼ਿੰਮੇਵਾਰੀ। ਇਹ ਆਰਟੀਕਲ ਨੰਬਰ 75(3) ਦੇ ਵਿੱਚ ਮੈਂਸ਼ਨ ਕੀਤਾ ਗਿਆ। ਇਹਦੇ ਵਿੱਚ ਕੀ ਹੈ ਵੀ ਜਿਹੜੀ ਸਾਡੀ ਮੰਤਰੀ ਪਰਿਸ਼ਦ ਹੈ ਇਹ ਸਾਂਝੇ ਰੂਪ ਦੇ ਵਿੱਚ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਜਦੋਂ ਤੱਕ ਸਾਡੀ ਮੰਤਰੀ ਪਰਿਸ਼ਦ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਹਾਸਲ ਹੈ ਉਦੋਂ ਤੱਕ ਤਾਂ ਸਾਡੀ ਮੰਤਰੀ ਪਰਿਸ਼ਦ ਕੰਮ ਕਰੂਗੀ, ਅਦਰਵਾਈਜ਼ ਸਾਡੀ ਮੰਤਰੀ ਪਰਿਸ਼ਦ ਨੂੰ ਰਿਜ਼ਾਈਨ ਦੇਣਾ ਪੈ ਜਾਂਦਾ ਹੁੰਦਾ ਹੈ। ਠੀਕ ਹੈ, ਚਲੋ ਨੈਕਸਟ ਦੇਖਦੇ ਹਾਂ ਜੀ ਫੋਰਥ ਨੰਬਰ ਪੁਆਇੰਟ। ਕਹਿੰਦਾ ਰਾਸ਼ਟਰ ਦੇ ਮੁਖੀ ਵਜੋਂ ਰਾਸ਼ਟਰਪਤੀ ਦੀ ਰਸਮੀ ਪ੍ਰਮੁਖਤਾ ਅਤੇ ਅਸਲ ਸ਼ਕਤੀਆਂ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਲ ਹੋਣਾ ਜਾਂ ਨਿਹਿਤ ਹੋਣਾ। ਇਹਦੇ ਵਿੱਚ ਕੀ ਹੈ, ਹੁਣ ਤੁਹਾਨੂੰ ਪਤਾ ਹੈ ਕਿ ਸੰਸਦੀ ਪ੍ਰਣਾਲੀ ਵਾਲੇ ਦੇਸ਼ਾਂ ਦੇ ਵਿੱਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਪਾਈ ਜਾਂਦੀ ਹੈ। ਇੱਕ ਰਾਸ਼ਟਰਪਤੀ ਪਾਇਆ ਜਾਂਦਾ, ਇੱਕ ਪ੍ਰਧਾਨ ਮੰਤਰੀ ਪਾਇਆ ਜਾਂਦਾ ਹੈ ਜਾਂ ਫਿਰ ਉਹਦੀ ਅਗਵਾਈ ਵਾਲੀ ਮੰਤਰੀ ਪਰਿਸ਼ਦ ਪਾਈ ਜਾਂਦੀ ਹੈ। ਇੱਥੇ ਕੀ ਹੁੰਦਾ, ਇੰਗਲੈਂਡ ਦੇ ਵਿੱਚ ਕੀ ਹੈ, ਇੰਗਲੈਂਡ ਦੇ ਵਿੱਚ ਵੀ ਲੋਕਤੰਤਰ ਹੈ, ਪਰ ਇੰਗਲੈਂਡ ਦੇ ਵਿੱਚ ਲੋਕਤੰਤਰ ਦੇ ਨਾਲ ਨਾਲ ਉੱਥੇ ਰਾਜਤੰਤਰ ਹੈ। ਰਾਜਤੰਤਰ ਮਤਲਬ ਵੀ ਉੱਥੋਂ ਦਾ ਜਿਹੜਾ ਮੁਖੀ ਹੈ, ਦੇਸ਼ ਦਾ ਜਿਹੜਾ ਮੁਖੀ ਹੈ ਉਹ ਰਾਜਾ ਜਾਂ ਰਾਣੀ ਹੈ ਅੱਜ ਵੀ। ਪਰ ਇੰਡੀਆ ਦੀ ਅਸੀਂ ਗੱਲ ਕਰ ਲਈ, ਇੰਡੀਆ ਹੈ ਲੋਕਤੰਤਰ, ਪਰ ਇੰਡੀਆ ਲੋਕਤੰਤਰ ਦੇ ਨਾਲ ਨਾਲ ਗਣਤੰਤਰ ਵੀ ਹੈ। ਠੀਕ ਹੈ, ਮਤਲਬ ਇੰਡੀਆ ਦਾ ਜਿਹੜਾ ਮੁਖੀ ਹੈਗਾ ਉਹ ਲੋਕਾਂ ਦੁਆਰਾ ਚੁਣਿਆ ਗਿਆ ਕੋਈ ਨੁਮਾਇੰਦਾ ਹੋਵੇਗਾ, ਪਰ ਜਿਹੜਾ ਚੁਣਿਆ ਗਿਆ ਨੁਮਾਇੰਦਾ ਹੋਵੇਗਾ, ਰਾਸ਼ਟਰਪਤੀ ਹੋਵੇਗਾ, ਦੇਸ਼ ਦਾ ਮੁਖੀ ਹੋਵੇਗਾ, ਉਹ ਅਸਲੀ ਕਾਰਜਪਾਲਿਕਾ ਨਹੀਂ ਹੋਊਗਾ। ਅਸਲੀ ਕਾਰਜਪਾਲਿਕਾ ਸ਼ਕਤੀਆਂ ਕਿਹਦੇ ਕੋਲ ਹੋਣਗੀਆਂ, ਮੰਤਰੀ ਪਰਿਸ਼ਦ ਕੋਲੇ ਹੋਣਗੀਆਂ। ਤੇ ਅਸੀਂ ਇੰਗਲੈਂਡ ਤੋਂ ਉਧਾਰ ਲਿਆ ਹੈਗਾ। ਨੈਕਸਟ ਹੈ ਜੀ ਇਕੈਰੀ ਨਿਆਂ ਪ੍ਰਣਾਲੀ ਹੈ। ਸਾਡੀ ਜਿਹੜੀ ਜੁਡੀਸ਼ਰੀ ਹੈਗੀ ਉਹ ਸਾਡੀ ਕੀ ਹੈ, ਇੰਟੀਗ੍ਰੇਟਡ ਹੈ, ਉਹ ਇਕੈਰੀ ਹੈਗੀ, ਜਿਹੜੀ ਇੰਟੀਗ੍ਰੇਟਡ ਹੈ ਉਹ। ਨੈਕਸਟ ਹੈ ਕਾਨੂੰਨ ਨਿਰਮਾਣ ਦੀ ਪ੍ਰਕਿਰਿਆ। ਭਾਰਤ ਦੇ ਵਿੱਚ ਕਾਨੂੰਨ ਕਿਵੇਂ ਬਣਦੇ ਨੇ, ਬਿਲਕੁਲ ਸੇਮ ਉਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਕਾਨੂੰਨ ਬਣਦੇ ਨੇਗੇ। ਕਾਨੂੰਨ ਦਾ ਸ਼ਾਸਨ ਹੋਵੇਗਾ ਸਾਡੇ ਇੰਡੀਆ ਦੇ ਵਿੱਚ। ਆਰਟੀਕਲ ਨੰਬਰ 14 ਅਸੀਂ ਪੜ੍ਹਦੇ ਹੁੰਦੇ ਹਾਂ ਕਿ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨਤਾ ਮਿਲਦੀ ਹੈ। ਠੀਕ ਹੈ, ਭਾਰਤ ਦੇ ਵਿੱਚ ਕਾਨੂੰਨ ਦਾ ਸ਼ਾਸਨ ਬਣੇਗਾ। ਠੀਕ ਹੈ, ਇਕੈਰੀ ਨਾਗਰਿਕਤਾ ਦੀ ਗੱਲ ਕਰਦੇ ਹਾਂ ਅਸੀਂ। ਅਮਰੀਕਾ ਦੀ ਤਰ੍ਹਾਂ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦਾ ਕੰਸੈਪਟ ਨਹੀਂ ਹੈਗਾ। ਭਾਰਤ ਦੇ ਨਾਗਰਿਕ ਚਾਹੇ ਉਹ ਕੇਰਲਾ 'ਚ ਰਹਿੰਦੇ ਨੇ, ਚਾਹੇ ਉਹ ਗੁਜਰਾਤ 'ਚ ਰਹਿੰਦੇ ਨੇ, ਚਾਹੇ ਉਹ ਜੰਮੂ ਕਸ਼ਮੀਰ 'ਚ ਰਹਿੰਦੇ ਨੇ, ਚਾਹੇ ਉਹ
अरुणाचल प्रदेश 'ਚ ਰਹਿੰਦੇ, ਉਹ ਸਾਰੇ ਭਾਰਤ ਦੇ ਨਾਗਰਿਕ ਹੀ ਮੰਨੇ ਜਾਣਗੇ, ਉਹ ਕਿਸੇ ਪਾਰਟਿਕੂਲਰ ਸਟੇਟ ਦੇ ਨਾਗਰਿਕ ਨਹੀਂ ਮੰਨੇ ਜਾਂਦੇ ਹੁੰਦੇ। 9th ਨੰਬਰ ਕੁਐਸਚਨ ਦੇਖਦੇ ਹਾਂ ਜੀ, ਕਹਿੰਦਾ ਵਿਧਾਨ ਮੰਡਲ ਦੇ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰ ਅਤੇ ਛੋਟਾਂ। ਹੁਣ ਤੁਹਾਨੂੰ ਪਤਾ ਵੀ ਆਰਟੀਕਲ ਨੰਬਰ ਸਾਡਾ 105 ਹੈ ਜਿਹੜਾ, ਜਾਂ ਫਿਰ ਵਿਧਾਨ ਮੰਡਲ ਦੇ ਆਪਣੇ ਆਪਣੇ ਆਰਟੀਕਲ ਹੁੰਦੇ ਅਲੱਗ, ਰਾਜ ਵਿਧਾਨ ਮੰਡਲ ਦੇ, ਉਹਦੇ ਵਿੱਚ ਮੈਂਬਰਾਂ ਨੂੰ ਕੁਝ ਵਿਸ਼ੇਸ਼ ਛੋਟਾਂ ਹਾਸਲ ਹੁੰਦੀਆਂ ਨੇ। ਵਿਸ਼ੇਸ਼ ਛੋਟਾਂ ਮੀਨਸ ਵੀ ਉਹਨਾਂ ਨੂੰ ਸਪੀਕਰ ਦੀ ਪਰਮਿਸ਼ਨ ਤੋਂ ਬਗੈਰ ਜਾਂ ਉਸ ਪਾਰਟਿਕੂਲਰ ਏਰੀਆ ਦੇ ਵਿੱਚੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਉੱਪਰ। ਜੇ ਉਹਨਾਂ ਨੂੰ ਸੰਸਦ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਸ਼ਬਦ ਬੋਲਣੇ ਪੈ ਗਏ, ਠੀਕ ਹੈ, ਤਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਜੇ ਉਹ ਸੰਸਦ ਦੇ ਅੰਦਰ ਬੋਲਦੇ ਨੇਗੇ, ਠੀਕ ਹੈ, ਸੈਸ਼ਨ ਦੇ ਦੌਰਾਨ ਬੋਲਦੇ ਨੇ, ਤਾਂ ਉਹਨੂੰ ਕੁਝ ਵਿਸ਼ੇਸ਼ ਛੋਟਾਂ ਨੂੰ ਮਿਲਦੀਆਂ ਹੁੰਦੀਆਂ ਨੇਗੀਆਂ। ਸਪੀਕਰ ਦੀ ਕੀ ਭੂਮਿਕਾ ਹੁੰਦੀ ਹੈ ਵਿਧਾਨ ਮੰਡਲ ਦੇ ਵਿੱਚ? ਜਿਵੇਂ ਲੋਕ ਸਭਾ ਦੇ ਵਿੱਚ ਸਾਨੂੰ ਪਤਾ ਵੀ ਲੋਕ ਸਭਾ ਦੇ ਸਪੀਕਰ ਨੂੰ ਅਧਿਕਾਰ ਹੁੰਦਾ ਹੈਗਾ, ਜਾਂ ਵਿਧਾਨ ਸਭਾ ਦੇ ਸਪੀਕਰ ਨੂੰ ਅਧਿਕਾਰ ਹੁੰਦਾ ਹੈਗਾ ਵੀ ਕੋਈ ਧਨ ਬਿੱਲ ਹੈ ਜਾਂ ਨਹੀਂ ਹੈ, ਉਹਦਾ ਫੈਸਲਾ ਲੋਕ ਸਭਾ ਸਪੀਕਰ ਕਰਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਆਰਟੀਕਲ 108 ਦੇ ਤਹਿਤ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ ਉਹਨੂੰ ਜੁਆਇੰਟ ਸੈਸ਼ਨ ਦੀ ਪ੍ਰਧਾਨਗੀ ਦਾ ਅਧਿਕਾਰ ਹੁੰਦਾ ਹੈ, ਠੀਕ ਹੈ। ਨੈਕਸਟ ਹੈ 11 ਨੰਬਰ, ਸੰਸਦ ਦੇ ਰਾਜ ਵਿਧਾਨ ਮੰਡਲ ਦੀ ਪ੍ਰਕਿਰਿਆ। ਸੰਸਦ ਅਤੇ ਰਾਜ ਵਿਧਾਨ ਮੰਡਲ ਦੇ ਵਿੱਚ ਜਿਹੜੀ ਪ੍ਰਕਿਰਿਆਵਾਂ ਹੁੰਦੀਆਂ ਨੇ, ਸੰਸਦ ਦੀ ਜਿਹੜੀ ਕਾਰਵਾਈ ਚਲਾਈ ਜਾਂਦੀ, ਵਿਧਾਨ ਮੰਡਲ ਦੀ ਜਿਹੜੀ ਕਾਰਵਾਈ ਚਲਾਈ ਜਾਂਦੀ, ਉਹ ਵੀ ਅਸੀਂ ਬ੍ਰਿਟੇਨ ਦੇ ਸੰਵਿਧਾਨ ਤੋਂ ਉਧਾਰ ਲਈ ਹੈ। 12 ਨੰਬਰ ਕੁਐਸਚਨ ਦੇਖੋ, 12 ਨੰਬਰ ਪੁਆਇੰਟ ਕੀ ਕਹਿੰਦਾ, ਦੇਖੋ ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਜਿੱਤਣ ਦਾ ਫੈਸਲਾ। ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਜਿੱਤਣ ਦਾ ਮਤਲਬ ਇਹ ਹੈਗਾ ਵੀ ਜੇ ਮੰਨ ਲਓ 100 ਵੋਟਾਂ ਕਿਸੇ ਪਾਰਟਿਕੂਲਰ ਹਲਕੇ ਦੇ ਵਿੱਚ ਪੈਂਦੀਆਂ ਨੇਗੀਆਂ, ਉਹਦੇ ਵਿੱਚ ਜੇ ਕੋਈ ਬੰਦਾ 40 ਵੋਟਾਂ ਲੈ ਲੈਂਦਾ ਤੇ ਕੋਈ ਬੰਦਾ 39 ਵੋਟਾਂ ਲੈ ਲੈਂਦਾ ਹੈ, ਤਾਂ ਫਿਰ ਜੇਤੂ ਕਰਾਰ ਕਿਹਨੂੰ ਦਿੱਤਾ ਜਾਊਗਾ? ਉਹ 40 ਵਾਲੇ ਬੰਦੇ ਨੂੰ ਜੇਤੂ ਕਰਾਰ ਦਿੱਤਾ ਜਾਊਗਾ। ਕਈ ਵਾਰੀ ਕੀ ਹੁੰਦਾ ਹੈ ਕਿਸੇ ਕੰਟਰੀ ਦੇ ਵਿੱਚ ਜਾਂ ਲੋਕਤੰਤਰੀ ਦੇਸ਼ਾਂ ਦੇ ਵਿੱਚ ਵੀ ਹੈਗਾ ਕਈ ਵਾਰੀ ਕਿ 50% ਤੱਕ, ਜਿਵੇਂ ਸਾਡੇ ਰਾਸ਼ਟਰਪਤੀ ਪ੍ਰਣਾਲੀ ਦੇ ਵਿੱਚ ਇਹ ਸਿਸਟਮ ਨੂੰ ਅਡਾਪਟ ਕੀਤਾ ਗਿਆ ਵੀ 50% ਪਲੱਸ ਤੁਸੀਂ ਵੋਟਾਂ ਜੇ ਹਾਸਲ ਕਰੋਗੇ ਫਿਰ ਤੁਸੀਂ ਜੇਤੂ ਕਰਾਰ ਦਿੱਤੇ ਜਾਓਗੇ। ਪਰ ਇੰਗਲੈਂਡ ਤੋਂ ਅਸੀਂ ਕੀ ਉਧਾਰ ਲਿਆ? ਇਹਦੇ ਵਿੱਚ ਸਾਡੇ ਇਹ ਹਰ ਜਗ੍ਹਾ ਤੇ ਲਾਗੂ ਹੁੰਦਾ ਹੈਗਾ। ਜੇ ਅਸੀਂ ਰਾਸ਼ਟਰਪਤੀ ਇਲੈਕਸ਼ਨ ਨੂੰ ਛੱਡ ਦਿੰਦੇ, ਉਪ ਰਾਸ਼ਟਰਪਤੀ ਇਲੈਕਸ਼ਨ ਨੂੰ ਛੱਡ ਦਿੰਦੇ ਹਾਂ, ਤਾਂ ਬਾਕੀ ਸਾਡੀ ਲੋਕ ਸਭਾ ਹੈ, ਸਾਡੀਆਂ ਵਿਧਾਨ ਸਭਾਵਾਂ ਨੇਗੀਆਂ, ਸਾਡੀਆਂ ਜਿਹੜੀ ਪੰਚਾਇਤੀ ਇਲੈਕਸ਼ਨ ਹੁੰਦੀਆਂ ਜਾਂ ਨਗਰ ਪਾਲਿਕਾ ਦੀ ਇਲੈਕਸ਼ਨ ਹੁੰਦੀਆਂ ਨੇ ਸਾਰੀਆਂ, ਉਹਨਾਂ ਸਾਰਿਆਂ ਦੇ ਵਿੱਚ ਵੱਧ ਵੋਟਾਂ ਦੇ ਆਧਾਰ ਤੇ ਜਿਹੜਾ ਜਿੱਤ ਦਾ ਫੈਸਲਾ ਉਹ ਕੀਤਾ ਜਾਂਦਾ ਹੁੰਦਾ। ਤਾਂ ਇੰਨੀਆਂ ਗੱਲਾਂ ਅਸੀਂ ਇੰਗਲੈਂਡ ਦੇ ਸੰਵਿਧਾਨ ਤੋਂ ਲਈਆਂ ਨੇ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਕਿਸੇ ਤਰ੍ਹਾਂ ਤੁਸੀਂ ਐਗਜ਼ਾਮ ਜਿਹੜਾ ਦੇ ਰਹੇ ਹੋ ਉਹਦੇ ਲਈ ਕਾਫੀ ਇੰਪੋਰਟੈਂਟ ਹੋ ਸਕਦੀ ਕਲਾਸ ਇਹ। ਨੈਕਸਟ ਹੈ ਆਇਰਲੈਂਡ ਤੋਂ ਅਸੀਂ ਕੀ ਕੁਛ ਉਧਾਰ ਲਿਆ, ਇਹਦੇ ਬਾਰੇ ਕਾਫੀ ਕੁਐਸਚਨ ਐਗਜ਼ਾਮ 'ਚ ਪੁੱਛੇ ਗਏ ਨੇ। ਪਹਿਲਾਂ ਇਹ 1937 ਦਾ ਜਿਹੜਾ ਆਇਰਲੈਂਡ ਦਾ ਸੰਵਿਧਾਨ ਸੀ, ਇਹ ਤੋਂ ਅਸੀਂ ਕਈ ਗੱਲਾਂ ਉਧਾਰ ਲਈਆਂ ਨੇ। ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਉਧਾਰ ਲਈ ਹੈ ਉਹ ਹੈ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਠੀਕ ਹੈ। ਸਾਨੂੰ ਪਤਾ ਹੈ ਵੀ ਸਾਡੇ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਤੇ ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ ਇਹਦਾ ਮੈਂਸ਼ਨ ਕੀਤਾ ਜਾਂਦਾ ਹੈਗਾ, ਠੀਕ ਹੈ ਨਾ। ਕਾਫੀ ਇੰਪੋਰਟੈਂਟ ਨੇਗੇ, ਡਾਇਰੈਕਸ਼ਨ ਦਿੰਦੇ ਨੇ ਸਾਡੀ ਸਟੇਟਸ ਨੂੰ ਇਹ ਕੀ ਕੁਛ ਕਰਨਾ ਚਾਹੀਦਾ ਹੈ। ਬਹੁਤ ਸਾਰੇ ਸਿਧਾਂਤ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ, ਤਾਂ ਇਹ ਅਸੀਂ ਆਇਰਲੈਂਡ ਦੇ ਸਿਧਾਂਤ ਤੋਂ ਉਧਾਰ ਲਿਆ। ਇਸ ਤੋਂ ਬਾਅਦ ਹੈ ਜੀ 2 ਨੰਬਰ ਪੁਆਇੰਟ ਦੇਖੋ ਕੀ ਕਹਿੰਦਾ, ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ। ਇਹ 4 ਖੇਤਰ ਨੇ। ਇਹਨਾਂ 4 ਖੇਤਰਾਂ ਦੇ ਵਿੱਚ ਜੇ ਕੋਈ ਵਿਅਕਤੀ ਦੇਸ਼ ਦੀ ਸੇਵਾ ਕਰਦਾ ਹੈ, ਦੇਸ਼ ਨੂੰ ਅੱਗੇ ਲਿਜਾਣ ਲਈ ਯੋਗਦਾਨ ਪਾਉਂਦਾ ਹੈਗਾ, ਤਾਂ ਉਹਦੇ ਆਧਾਰ ਦੇ ਉੱਪਰ ਰਾਜ ਸਭਾ ਦੇ ਵਿੱਚ ਕੁੱਲ 12 ਮੈਂਬਰ ਜਿਹੜੇ ਨੇ ਉਹ ਨੋਮੀਨੇਟ ਕੀਤੇ ਜਾਂਦੇ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ। ਤਾਂ ਇਹ ਰਾਜ ਸਭਾ ਦੀ ਨੋਮੀਨੇਸ਼ਨ ਦੀ ਗੱਲ ਕਰਦਾ ਹੈਗਾ, ਜਿਹੜੀ ਕਲਾ, ਸਾਹਿਤ, ਸਮਾਜ ਤੇ ਜਿਹੜੀ ਹੈ ਵਿਗਿਆਨ ਦੇ ਵਿੱਚੋਂ ਜਿਹੜੇ 12 ਮੈਂਬਰ ਲਏ ਜਾਂਦੇ, ਨੋਮੀਨੇਸ਼ਨ ਕੀਤੀ ਜਾਂਦੀ, ਉਹ ਅਸੀਂ ਆਇਰਲੈਂਡ ਤੋਂ ਉਧਾਰ ਲਈ ਹੈ। ਨੈਕਸਟ ਹੈ ਸਾਡੇ ਰਾਸ਼ਟਰਪਤੀ ਦਾ ਚੋਣ ਮੰਡਲ ਜਿਹੜਾ, ਇਹ ਆਰਟੀਕਲ ਨੰਬਰ 54 ਦੇ ਵਿੱਚ ਮੈਂਸ਼ਨ ਕੀਤਾ ਗਿਆ ਵੀ ਚੋਣ ਮੰਡਲ ਕਿਸ ਪ੍ਰਕਾਰ ਦਾ ਹੋਵੇਗਾ, ਉਹਦੀ ਵਿਧੀ ਕੀ ਹੋਵੇਗੀ, ਠੀਕ ਹੈ। ਤਾਂ ਅਸੀਂ ਆਇਰਲੈਂਡ ਤੋਂ ਉਧਾਰ ਲਿਆ ਹੈਗਾ, ਠੀਕ ਹੈ, ਜਿਹਦੇ ਵਿੱਚ ਸਾਨੂੰ ਪਤਾ ਹੈ ਵੀ ਲੋਕ ਸਭਾ ਤੇ ਰਾਜ ਸਭਾ ਤੇ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇਗੇ। ਤੇ ਇਹ ਤਿੰਨ ਗੱਲਾਂ ਸੀ ਜਿਹੜੀ ਇੰਪੋਰਟੈਂਟ ਨੇਗੀਆਂ, ਇਹ ਆਇਰਲੈਂਡ ਦੇ ਸਿਧਾਂਤ ਤੋਂ ਉਧਾਰ ਜਿਹੜੀਆਂ ਨੇ ਉਹ ਲਈਆਂ ਨੇਗੀਆਂ। ਨੈਕਸਟ ਜੀ ਵੈਰੀ ਇੰਪੋਰਟੈਂਟ ਹੈ ਵੀ USA ਦਾ। USA ਦੇ ਸੰਵਿਧਾਨ ਤੋਂ ਅਸੀਂ ਕਿਹੜੀਆਂ ਗੱਲਾਂ ਉਧਾਰ ਲਈਆਂ ਨੇ, ਠੀਕ ਹੈ ਜੀ। 1989 ਦੇ ਵਿੱਚ ਇਹ ਕੰਪਲੀਟ ਹੋਇਆ ਸੀ ਬਣ ਕੇ ਸੰਵਿਧਾਨ ਅਮਰੀਕਾ ਦਾ। ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਇਸ ਤੇ ਫਿਰ ਇਸ ਤੋਂ ਬਾਅਦ ਇਹਦੇ ਵਿੱਚ 1990 ਮਤਲਬ 1791 ਦੇ ਵਿੱਚ 1799 ਦੇ ਵਿੱਚ ਇਹਦੇ ਵਿੱਚ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਸੀ, ਠੀਕ ਹੈ ਜੀ। ਜਿਹੜੇ ਮੌਲਿਕ ਅਧਿਕਾਰ ਅਸੀਂ ਲਏ ਨੇ ਉਹ 1991 ਦੇ ਵਿੱਚ ਜਿਹੜੇ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਅਲੱਗ ਤੋਂ ਸ਼ਾਮਲ ਕੀਤੇ ਗਏ ਸੀ, ਉਸ ਤੋਂ ਅਸੀਂ ਉਧਾਰ ਲਏ ਸੀਗੇ। ਤਾਂ ਮੌਲਿਕ ਅਧਿਕਾਰ ਵੈਰੀ ਇੰਪੋਰਟੈਂਟ ਹੈ, ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦਾ ਵੈਰੀ ਇੰਪੋਰਟੈਂਟ ਪਾਰਟ ਹੈ। ਇਹ ਭਾਗ ਨੰਬਰ 3 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ, ਠੀਕ ਹੈ। ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਇਹਦਾ ਵਰਣਨ ਕੀਤਾ ਜਾਂਦਾ ਹੈਗਾ, ਠੀਕ ਹੈ। ਇਹ ਅਲੱਗ ਤੋਂ ਕਲਾਸ ਆਪਣੀ ਬਣੀ ਹੋਈ ਹੈ, ਪਹਿਲਾਂ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ। ਨੈਕਸਟ ਜੀ ਪ੍ਰਸਤਾਵਨਾ ਦਾ ਵਿਚਾਰ। ਹੁਣ 2 ਗੱਲਾਂ ਆਉਂਦੀਆਂ ਨੇ ਇਹਦੇ ਵਿੱਚ, ਇੱਕ ਪ੍ਰਸਤਾਵਨਾ ਆਉਂਦੀ ਹੈ, ਇੱਕ ਪ੍ਰਸਤਾਵਨਾ ਦੀ ਭਾਸ਼ਾ ਆਉਂਦੀ ਹੈ। ਜੇ ਪ੍ਰਸਤਾਵਨਾ ਦੀ ਭਾਸ਼ਾ ਪੁੱਛੀ ਜਾਂਦੀ ਤਾਂ ਫਿਰ ਅਸੀਂ ਆਸਟ੍ਰੇਲੀਆ ਤੋਂ ਉਧਾਰ ਲਈ ਹੈ, ਜੇ ਪ੍ਰਸਤਾਵਨਾ ਦਾ ਵਿਚਾਰ ਪੁੱਛਿਆ ਜਾਂਦਾ ਤਾਂ ਉਹ ਫਿਰ ਅਸੀਂ USA ਦੇ ਸਿਧਾਂਤ ਤੋਂ ਉਧਾਰ ਲਿਆ ਹੈਗਾ। 3 ਨੰਬਰ ਪੁਆਇੰਟ ਇਹਦੇ ਵਿੱਚ ਕੀ ਹੈਗਾ, ਰਾਸ਼ਟਰਪਤੀ ਤੇ ਮਹਾਦੋਸ਼ ਦੀ ਪ੍ਰਕਿਰਿਆ। ਤੁਹਾਨੂੰ ਪਤਾ ਹੈ ਸੰਵਿਧਾਨ ਦਾ ਆਰਟੀਕਲ ਨੰਬਰ 61 ਹੈ
61 ਆਰਟੀਕਲ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਜਿਹੜੀ ਕੀਤੀ ਜਾ ਸਕਦੀ, ਇੰਪੀਚਮੈਂਟ ਕੀਤੀ ਜਾ ਸਕਦੀ ਹੈ ਜੇ ਕਿਤੇ ਭਾਰਤ ਦਾ ਰਾਸ਼ਟਰਪਤੀ ਸੰਵਿਧਾਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਜਾਂਦਾ ਹੈਗਾ। ਇਸ ਤਰੀਕੇ ਨਾਲ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਲਾਇਆ ਜਾ ਸਕਦਾ ਹੁੰਦਾ ਹੈ। 4 ਨੰਬਰ ਪੁਆਇੰਟ ਕੀ ਕਹਿੰਦਾ ਹੈਗਾ, ਸੁਤੰਤਰ ਨਿਆਂਪਾਲਿਕਾ ਸਾਡੀ, ਠੀਕ ਹੈ ਜੀ, ਕਿਸੇ ਦੇ ਪ੍ਰਭਾਵ ਹੇਠ ਨਹੀਂ ਕੰਮ ਕਰਦੀ ਹੈਗੀ। 5th ਨੰਬਰ ਵੈਰੀ ਇੰਪੋਰਟੈਂਟ ਹੈ ਵੀ ਜੁਡੀਸ਼ੀਅਲ ਰਿਵਿਊ ਦਾ ਅਧਿਕਾਰ ਦਿੰਦਾ ਸਾਨੂੰ, ਨਿਆਇਕ ਸਮੀਖਿਆ ਦਾ ਸਿਧਾਂਤ ਮਿਲਦਾ ਹੈਗਾ ਇਹਦੇ ਵਿੱਚ, ਜਿਹੜਾ ਸਭ ਤੋਂ ਪਹਿਲਾਂ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਫਿਰ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਉਹਨੂੰ ਚੰਗੀਆਂ ਗੱਲਾਂ ਨੂੰ ਅਸੀਂ ਅਡਾਪਟ ਕੀਤਾ ਹੈ। ਤਾਂ ਜੁਡੀਸ਼ੀਅਲ ਰਿਵਿਊ ਆ ਗਿਆ 5th ਨੰਬਰ ਦੇ ਵਿੱਚ। 6th ਨੰਬਰ ਹੈ ਜੀ ਲੋਕ ਹਿੱਤ ਪਟੀਸ਼ਨ, PIL ਦਾ ਕੰਸੈਪਟ PN ਭਗਵਤੀ ਲੈ ਕੇ ਆਏ ਸੀਗੇ, ਠੀਕ ਹੈ। ਤਾਂ ਇਹ ਵੀ ਅਸੀਂ ਕਿੱਥੋਂ ਉਧਾਰ ਲਿਆ ਹੈਗਾ, ਇਹ ਵੀ ਅਸੀਂ USA ਦੇ ਸਿਧਾਂਤ ਤੋਂ ਉਧਾਰ ਲਿਆ। 7th ਨੰਬਰ ਕੁਐਸਚਨ ਦੇਖੋ, 7 ਨੰਬਰ ਪੁਆਇੰਟ ਦੇਖੋ ਕੀ ਕਹਿੰਦਾ ਜੀ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ, ਠੀਕ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਉਹ ਸੇਮ ਹੁੰਦੀ ਹੈ ਬਿਲਕੁਲ, ਠੀਕ ਹੈ ਜੀ। ਤੋਂ ਅਸੀਂ ਕਿਤੋਂ ਉਧਾਰ ਲੈ ਲਈ, ਉਹ ਅਸੀਂ USA ਦੇ ਸਿਧਾਂਤ ਤੋਂ ਉਧਾਰ ਲਈ ਹੈ। ਉਪ ਰਾਸ਼ਟਰਪਤੀ ਦਾ ਅਹੁਦਾ, ਇਹ ਵੀ ਅਸੀਂ USA ਸਿਧਾਂਤ ਤੋਂ ਉਧਾਰ ਲਿਆ। ਫਾਈਨੈਂਸ਼ੀਅਲ ਐਮਰਜੈਂਸੀ ਵੈਰੀ ਇੰਪੋਰਟੈਂਟ ਹੈ ਵੀ, ਆਰਟੀਕਲ ਨੰਬਰ 360 ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ ਵੀ ਸਾਡੇ ਰਾਸ਼ਟਰਪਤੀ ਦੀਆਂ ਐਮਰਜੈਂਸੀ ਪਾਵਰ ਦੇ ਵਿੱਚ ਆਉਂਦੀ ਹੈ, ਤੀਸਰੀ ਪਾਵਰ ਹੈ ਐਮਰਜੈਂਸੀ। ਇਹ ਫਾਈਨੈਂਸ਼ੀਅਲ ਐਮਰਜੈਂਸੀ ਭਾਰਤ ਦੇ ਵਿੱਚ ਅਜੇ ਤੱਕ ਕੋਈ ਲੱਗੀ ਨਹੀਂ ਹੈਗੀ, ਇਹ 360 ਦੇ ਵਿੱਚ ਇਹਦਾ ਮੈਂਸ਼ਨ ਕੀਤਾ ਗਿਆ ਹੈਗਾ। ਭਾਰਤ ਦੇ ਵਿੱਚ ਨੈਸ਼ਨਲ ਵਿੱਤੀ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ ਲਾਈ ਜਾ ਸਕਦੀ, ਇਹ ਵੀ ਅਸੀਂ USA ਦੇ ਸਿਧਾਂਤ ਤੋਂ ਹੀ ਉਧਾਰ ਲਈ ਹੈ। 10th ਨੰਬਰ ਵੀ ਵੈਰੀ ਇੰਪੋਰਟੈਂਟ ਪੁਆਇੰਟ ਇਹ ਕਹਿੰਦਾ ਜੀ ਸੰਵਿਧਾਨ ਸੋਧ ਦੇ ਵਿੱਚ ਰਾਜ ਵਿਧਾਨ ਸਭਾਵਾਂ ਦੁਆਰਾ ਪ੍ਰਵਾਨਗੀ ਦੀ ਵਿਵਸਥਾ। ਵੈਸੇ ਦੇਖੋ ਭਾਰਤ ਦੇ ਸੰਵਿਧਾਨ ਦੇ ਵਿੱਚ 3 ਤਰੀਕੇ ਨਾਲ ਅਮੈਂਡਮੈਂਟਸ ਕੀਤੀਆਂ ਜਾ ਸਕਦੀਆਂ ਨੇ। ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ, ਇੱਕ ਸਧਾਰਨ ਬਹੁਮਤ ਦੁਆਰਾ ਕੀਤੀ ਜਾਂਦੀ ਹੈ, ਇੱਕ ਵਿਸ਼ੇਸ਼ ਬਹੁਮਤ ਦੁਆਰਾ ਕੀਤੀ ਜਾਂਦੀ ਹੈ, ਇੱਕ ਵਿਸ਼ੇਸ਼ ਬਹੁਮਤ ਪਲੱਸ ਰਾਜਾਂ ਦੀ ਸਹਿਮਤੀ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਰਾਜਾਂ ਦੀ ਸਹਿਮਤੀ ਮਤਲਬ ਵੀ ਜੇ ਮੰਨ ਲਓ ਜਿਵੇਂ ਹੁਣ GST ਲਾਗੂ ਹੋਇਆ ਸੀ ਇੰਡੀਆ ਦੇ ਵਿੱਚ, ਤਾਂ ਉਹਦੇ ਵਿੱਚ ਸਾਡੀ ਸੰਸਦ ਨੇ ਵਿਸ਼ੇਸ਼ ਬਹੁਮਤ ਦੁਆਰਾ ਪਾਸ ਕੀਤਾ, ਲੋਕ ਸਭਾ ਨੇ ਪਾਸ ਕੀਤਾ ਉਹਨੂੰ ਵਿਸ਼ੇਸ਼ ਬਹੁਮਤ ਦੁਆਰਾ, ਰਾਜ ਸਭਾ ਨੇ ਉਹਨੂੰ ਪਾਸ ਕੀਤਾ ਵਿਸ਼ੇਸ਼ ਬਹੁਮਤ ਦੁਆਰਾ। ਉਸ ਤੋਂ ਬਾਅਦ ਫਿਰ ਉਹ ਸਾਰੀਆਂ ਵਿਧਾਨ ਸਭਾਵਾਂ ਕੋਲੇ ਪਾਸ ਹੋਣ ਵਾਸਤੇ ਜਾਂਦਾ ਹੁੰਦਾ ਹੈ। ਉਹਦੇ ਵਿੱਚੋਂ ਜੇ ਅੱਧੀ ਤੋਂ ਜ਼ਿਆਦਾ ਵਿਧਾਨ ਸਭਾਵਾਂ ਨੂੰ ਪਾਸ ਕਰ ਦਿੰਦੇ ਨੇ, ਫਿਰ ਉਹ ਭਾਰਤ ਦੇ ਵਿੱਚ ਕੰਸਟੀਟਿਊਸ਼ਨ ਅਮੈਂਡਮੈਂਟ ਜਿਹੜੀ ਉਹ ਮੰਨੀ ਜਾਂਦੀ ਹੁੰਦੀ ਹੈ। ਤਾਂ ਇਹਨੂੰ ਵੀ ਅਸੀਂ ਕਿਤੋਂ ਲਿਆ ਹੈਗਾ, ਇਹਨੂੰ ਅਸੀਂ USA ਤੋਂ ਲਿਆ। ਤਾਂ ਵੈਰੀ ਇੰਪੋਰਟੈਂਟ ਪੁਆਇੰਟਸ ਨੇ ਸਾਰੇ, ਇਹ 10 ਦੇ 10 ਪੁਆਇੰਟ ਜਿੰਨੇ ਵੀ ਹੈਗੇ ਨੇਗੇ। ਅੱਗੇ ਦੇਖਦੇ ਜੀ ਆਸਟ੍ਰੇਲੀਆ ਦੇ ਸਿਧਾਂਤ ਤੋਂ ਅਸੀਂ ਕੀ ਉਧਾਰ ਲਿਆ ਜੀ, 1901 ਦਾ ਜਿਹੜਾ ਆਸਟ੍ਰੇਲੀਆ ਦਾ ਸਿਧਾਂਤ ਸੀ, ਇਹ ਤੋਂ ਉਧਾਰ ਲਈਆਂ ਨੇ ਕਈ ਗੱਲਾਂ। ਅਸੀਂ ਪ੍ਰਸਤਾਵਨਾ ਅਸੀਂ USA ਤੋਂ ਲਈ ਹੈ। ਪ੍ਰਸਤਾਵਨਾ ਦੀ ਜਿਹੜੀ ਭਾਸ਼ਾ ਹੈਗੀ, ਵੀ ਆਰ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਠੀਕ ਹੈ। ਇਹ ਜਿਹੜੀ ਇਸ ਤਰ੍ਹਾਂ ਦੀ ਭਾਸ਼ਾ ਹੈਗੀ, ਇਹ ਅਸੀਂ ਆਸਟ੍ਰੇਲੀਆ ਦੇ ਸਿਧਾਂਤ ਤੋਂ ਉਧਾਰ ਲਈ ਹੈ, ਜਿਹੜਾ ਕਿ 1901 ਦੇ ਵਿੱਚ ਬਣਿਆ ਸੀਗਾ। ਇਸ ਤੋਂ ਬਾਅਦ ਜੀ ਸਾਡੀ 3rd ਨੰਬਰ 3 ਸੂਚੀਆਂ ਜਿਹੜੀ ਸਾਡੀਆਂ ਨੇਗੀਆਂ, ਠੀਕ ਹੈ, ਜਿਹਦੇ ਵਿੱਚ ਸਮਵਰਤੀ ਸੂਚੀ ਆਉਂਦੀ ਹੈ। ਤਾਂ ਜੇ ਸਮਵਰਤੀ ਸੂਚੀ ਦੀ ਗੱਲ ਕਰੂਗਾ ਤਾਂ ਫਿਰ ਅਸੀਂ ਸਪੈਸ਼ਲ ਤੌਰ ਤੇ ਇਹ ਕਿਤੋਂ ਉਧਾਰ ਲਈਏਗੀ, ਇਹ ਅਸੀਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਉਧਾਰ ਲਈਏ। ਤੁਹਾਨੂੰ ਪਤਾ ਹੈ ਵੀ ਸਾਡੀਆਂ 3 ਸੂਚੀਆਂ ਨੇ, ਸਾਡੇ 7th ਸ਼ਡਿਊਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ। ਕੀ ਮੈਂਸ਼ਨ ਕੀਤਾ ਗਿਆ ਇਹਦੇ ਵਿੱਚ, ਇੱਕ ਸਟੇਟ ਲਿਸਟ ਹੋਵੇਗੀ, ਇੱਕ ਸੈਂਟਰਲ ਲਿਸਟ ਹੋਵੇਗੀ, ਸੈਂਟਰਲ ਲਿਸਟ ਮਤਲਬ ਯੂਨੀਅਨ ਲਿਸਟ ਹੋਵੇਗੀ, ਤੇ ਇੱਕ ਸਾਡੀ ਕਨਕਰੈਂਟ ਲਿਸਟ ਹੋਵੇਗੀ। ਤਾਂ ਸਮਵਰਤੀ ਸੂਚੀ ਦਾ ਵੀ ਸੰਬੰਧ ਕਿਹਦੇ ਨਾਲ ਹੈਗਾ, ਉਹ ਆਸਟ੍ਰੇਲੀਆ ਦੇ ਸਿਧਾਂਤ ਤੋਂ ਹੈ। ਕੇਂਦਰ ਰਾਜ ਸੰਬੰਧ, ਅਲੱਗ-ਅਲੱਗ ਪ੍ਰਕਾਰ ਦੇ ਕੇਂਦਰ ਤੇ ਰਾਜਾਂ ਦੇ ਸੰਬੰਧ ਹੁੰਦੇ ਨੇ ਆਪਸ ਦੇ ਵਿੱਚ। ਪੋਲੀਟੀਕਲ ਸੰਬੰਧ ਵੀ ਹੋ ਸਕਦੇ ਨੇ, ਐਡਮਿਨਿਸਟ੍ਰੇਸ਼ਨ ਸੰਬੰਧ ਵੀ ਹੋ ਸਕਦੇ ਨੇ, ਫਾਈਨੈਂਸ਼ੀਅਲ ਸੰਬੰਧ ਵੀ ਹੋ ਸਕਦੇ ਨੇ। ਕਾਫੀ ਇੰਪੋਰਟੈਂਟ ਚੈਪਟਰ ਤੁਹਾਡਾ ਇਹ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਕੀਤਾ ਗਿਆ ਇਹਨੂੰ। ਇਸ ਤੋਂ ਇਲਾਵਾ ਜੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜਾਂ 'ਚ ਕੀਤੀ ਗਈ ਹੈ। ਜਿਹੜੀਆਂ ਸ਼ਕਤੀਆਂ ਵਾਧੂ ਨੇਗੀਆਂ ਉਹ ਆਰਟੀਕਲ ਨੰਬਰ 248 ਦੇ ਦੁਆਰਾ ਉਹ ਸੈਂਟਰ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ। ਤਾਂ ਇਹ ਸ਼ਕਤੀਆਂ ਦੀ ਵੰਡ ਵੀ ਅਸੀਂ ਆਸਟ੍ਰੇਲੀਆ ਦੇ ਸਿਧਾਂਤ ਤੋਂ ਉਧਾਰ ਲਈ ਹੈ। 5th ਨੰਬਰ ਪੁਆਇੰਟ ਵੀ ਵੈਰੀ ਇੰਪੋਰਟੈਂਟ ਹੈ, ਕਹਿੰਦਾ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ। ਆਰਟੀਕਲ ਨੰਬਰ 108 ਹੈ ਜਿਹੜਾ ਸਾਡੇ ਸੰਵਿਧਾਨ ਦਾ 108 ਹੈਗਾ, ਉਹ ਕਹਿੰਦਾ ਵੀ ਜੁਆਇੰਟ ਸੈਸ਼ਨ ਬੁਲਾਇਆ ਜਾ ਸਕਦਾ ਹੈਗਾ। ਜੁਆਇੰਟ ਸੈਸ਼ਨ ਬੁਲਾਇਆ ਜਾ ਸਕਦਾ, ਕਿਹਦੇ ਵੱਲੋਂ ਬੁਲਾਇਆ ਜਾ ਸਕਦਾ ਹੈ, ਭਾਰਤ ਦੇ ਰਾਸ਼ਟਰਪਤੀ ਵੱਲੋਂ ਬੁਲਾਇਆ ਜਾ ਸਕਦਾ ਹੈਗਾ, ਜਿਹਦੇ ਵਿੱਚ ਇਸ ਜੁਆਇੰਟ ਸੈਸ਼ਨ ਦੀ ਜਿਹੜੀ ਪ੍ਰਧਾਨਗੀ ਆ ਉਹ ਕਿਹਦੇ ਦੁਆਰਾ ਕੀਤੀ ਜਾਊਗੀ, ਉਹ ਲੋਕ ਸਭਾ ਦੇ ਸਪੀਕਰ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਵੈਰੀ ਇੰਪੋਰਟੈਂਟ ਆਸਟ੍ਰੇਲੀਆ ਦਾ ਬਈ। ਚਲੋ ਨੈਕਸਟ ਕੈਨੇਡਾ ਦਾ ਵੀ ਕਾਫੀ ਸਾਰੇ ਕੁਐਸਚਨ ਪੁੱਛੇ ਗਏ ਨੇ ਐਗਜ਼ਾਮ ਦੇ ਵਿੱਚੋਂ। ਕੈਨੇਡਾ ਦੇ ਸਿਧਾਂਤ ਤੋਂ ਅਸੀਂ ਕਿਹੜੀਆਂ ਗੱਲਾਂ ਉਧਾਰ ਲਈਆਂ ਨੇਗੀਆਂ। ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਸੰਘੀ ਸ਼ਾਸਨ ਪ੍ਰਣਾਲੀ, ਠੀਕ ਹੈ। ਭਾਰਤ ਇੱਕ ਸੰਘ ਹੈ, ਪਰ ਭਾਰਤ ਅਮਰੀਕਾ ਵਰਗਾ ਸੰਘ ਨਹੀਂ ਹੈਗਾ। ਜਿਹਨੂੰ ਅਸੀਂ 2 ਸ਼ਬਦ ਆ ਜਾਂਦੇ ਨੇ ਇਹਦੇ ਵਿੱਚ, ਯੂਨੀਅਨ ਆ ਜਾਂਦਾ ਇੱਕ ਸ਼ਬਦ, ਇੱਕ ਫੈਡਰਲ ਸ਼ਬਦ ਆ ਜਾਂਦਾ। ਇੰਡੀਆ ਯੂਨੀਅਨ ਆਫ ਸਟੇਟ ਹੈ, ਮਤਲਬ ਰਾਜਾਂ ਦਾ ਸੰਘ ਹੈ ਇੱਕ। ਇੰਡੀਆ ਫੈਡਰਲ ਨਹੀਂ ਹੈਗਾ। ਫੈਡਰਲ ਦੇ ਵਿੱਚ ਕੀ ਹੁੰਦਾ ਤੇ ਯੂਨੀਅਨ ਦੇ ਵਿੱਚ ਕੀ ਹੁੰਦਾ? ਫੈਡਰਲ ਦੇ ਵਿੱਚ ਫੈਡਰਲ ਵੈਸੇ ਯੂਨੀਅਨ ਦੇ ਮੁਕਾਬਲੇ ਥੋੜਾ ਜਿਹਾ ਘੱਟ ਸਟਰੋਂਗ ਮੰਨਿਆ ਜਾਂਦਾ, ਯੂਨੀਅਨ ਜ਼ਿਆਦਾ ਸਟਰੋਂਗ ਮੰਨਿਆ ਜਾਂਦਾ, ਜਿੱਥੇ ਯੂਨੀਅਨਸ ਕੋਲ ਜ਼ਿਆਦਾ ਪਾਵਰ ਹੁੰਦੀਆਂ ਨੇ। ਫੈਡਰਲ ਦੇ ਵਿੱਚ ਕੇਂਦਰ ਤੇ ਰਾਜਾਂ ਕੋਲ ਬਰਾਬਰ ਪਾਵਰ ਹੁੰਦੀ ਹੈ, ਜਾਂ ਫਿਰ ਇਹ ਕਹ ਲਓ ਵੀ ਮਤਲਬ ਪਾਵਰਾਂ ਦਾ ਬੈਲੈਂਸ ਹੁੰਦਾ ਹੈਗਾ ਇੱਥੇ। ਪਰ ਜਿਹੜੀ ਯੂਨੀਅਨ ਆਫ ਸਟੇਟ ਹੁੰਦੀਆਂ ਨੇਗੀਆਂ, ਤਾਂ ਯੂਨੀਅਨ ਆਫ ਸਟੇਟ ਦੇ ਵਿੱਚ ਜਿਹੜਾ ਕੇਂਦਰ ਹੈ ਉਹ ਜ਼ਿਆਦਾ ਮਜ਼ਬੂਤ ਹੁੰਦਾ ਕੰਪੈਰੀਟਿਵ ਟੂ ਫੈਡਰਲ ਦੇ ਮੁਕਾਬਲੇ, ਠੀਕ ਹੈ ਜੀ। ਇੱਥੇ ਰਾਜਾਂ ਕੋਲ ਪਾਵਰ ਘੱਟ ਹੁੰਦੀਆਂ ਨੇ, ਜਿਵੇਂ ਭਾਰਤ ਦੇ ਵਿੱਚ ਰਾਜਾਂ ਕੋਲ ਪਾਵਰ ਘੱਟ ਨਹੀਂ ਹੈ, ਸੈਂਟਰ ਕੋਲ ਪਾਵਰ ਜ਼ਿਆਦਾ ਨਹੀਂ ਹੈ, ਠੀਕ ਹੈ ਜੀ। ਸਾਡੇ ਸੰਵਿਧਾਨ ਦਾ ਜਿਹੜਾ ਪਾਰਟ ਨੰਬਰ 1 ਹੈ ਤੇ ਆਰਟੀਕਲ ਨੰਬਰ 1 ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਭਾਰਤ ਇੱਕ ਰਾਜਾਂ ਦਾ ਸੰਘ ਹੋਵੇਗਾ।
ਤਾਂ ਸੰਘੀ ਸ਼ਾਸਨ ਪ੍ਰਣਾਲੀ ਅਸੀਂ ਕੈਨੇਡਾ ਦੇ ਸੰਵਿਧਾਨ ਤੋਂ ਉਧਾਰ ਲੈ ਲਈ। ਸੈਕਿੰਡ ਨੰਬਰ ਹੈ ਇਹਦੇ ਵਿੱਚ ਰਾਜਪਾਲ ਦੁਆਰਾ ਰਾਸ਼ਟਰਪਤੀ ਦੇ ਵਿਚਾਰ ਲਈ ਬਿੱਲ ਨੂੰ ਰਾਖਵਾਂ ਰੱਖਣਾ। ਜਦੋਂ ਅਸੀਂ ਰਾਜਪਾਲ ਦੀਆਂ ਪਾਵਰਸ ਨੂੰ ਪੜ੍ਹਦੇ ਹੁੰਦੇ ਹਾਂ ਤਾਂ ਰਾਜਪਾਲ ਦੀਆਂ ਪਾਵਰਸ ਆਰਟੀਕਲ ਨੰਬਰ 2 ਦੇ ਤਹਿਤ ਕੀ ਮੈਂਸ਼ਨ ਕੀਤਾ ਗਿਆ ਹੈ ਵੀ ਉਹ ਕਿਸੇ ਵੀ ਰਾਜ ਦੇ ਬਿੱਲ ਨੂੰ ਜਾਂ ਵਿਧਾਨ ਸਭਾ ਦੇ ਬਿੱਲ ਨੂੰ, ਰਾਜ ਵਿਧਾਨ ਮੰਡਲ ਦੇ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਭੇਜ ਸਕਦਾ ਹੈਗਾ ਜੇ ਇਹਨੂੰ ਲੱਗਦਾ ਹੈ। ਕਿਵੇਂ ਲੱਗਦਾ ਹੈ, ਇਸ ਤੇ ਅਲੱਗ ਵੀਡੀਓ ਬਣੀ ਹੋਈ ਨੇ ਆਪਣੀ, ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ। ਨੈਕਸਟ ਹੈ ਮਜ਼ਬੂਤ ਕੇਂਦਰ। ਠੀਕ ਹੈ, ਕੇਂਦਰ ਮਜ਼ਬੂਤ ਹੋਵੇਗਾ। ਇਹ ਰਣਜੀਤ ਸਿੰਘ ਸਰਕਾਰੀਆ ਕਮਿਸ਼ਨ ਨੇ ਵੀ ਕਿਹਾ ਸੀ ਵੀ ਕੇਂਦਰ ਨੂੰ ਮਜ਼ਬੂਤ ਰੱਖਣਾ ਹੈਗਾ, ਭਾਵੇਂ ਉਹਨੇ ਕੇਂਦਰ ਰਾਜ ਸੰਬੰਧਾਂ ਦੀ ਗੱਲ ਕੀਤੀ ਸੀਗੀ, ਠੀਕ ਹੈ, ਪਰ ਉਹਨੇ ਕੇਂਦਰ ਨੂੰ ਮਜ਼ਬੂਤ ਰੱਖਣ ਦੀ ਹੀ ਗੱਲ ਕੀਤੀ ਸੀ। ਠੀਕ ਹੈ ਜੀ, ਤਾਂ ਬੜੇ ਉਸ ਸਮੇਂ ਹਾਲਾਤ ਇਸ ਪ੍ਰਕਾਰ ਦੇ ਸੀ ਵੀ ਕੇਂਦਰ ਨੂੰ ਮਜ਼ਬੂਤ ਰੱਖਣਾ ਮਜਬੂਰੀ ਸੀ ਸਾਡੀ। ਫੋਰਥ ਨੰਬਰ ਪੁਆਇੰਟ ਕੀ ਕਹਿੰਦਾ ਜੀ, ਵਾਧੂ ਸ਼ਕਤੀਆਂ ਦਾ ਸਿਧਾਂਤ। ਵਾਧੂ ਸ਼ਕਤੀਆਂ ਦਾ ਸਿਧਾਂਤ ਜਿਵੇਂ ਆਰਟੀਕਲ ਨੰਬਰ 248 248 ਨੰਬਰ ਆਰਟੀਕਲ ਆ ਸਾਡੇ ਸੰਵਿਧਾਨ ਦਾ, ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਵੀ ਜਿਹੜੀ ਵਾਧੂ ਸ਼ਕਤੀਆਂ ਹੋਣਗੀਆਂ ਉਹ ਕਿਹਦੇ ਕੋਲ ਹੋਣਗੀਆਂ, ਉਹ ਕੇਂਦਰ ਕੋਲ ਹੋਣਗੀਆਂ। ਵੈਸੇ ਕੇਂਦਰ ਕੋਲ ਅਲੱਗ ਸ਼ਕਤੀਆਂ ਨੇਗੀਆਂ, ਰਾਜ ਕੋਲ ਅਲੱਗ ਨੇਗੀਆਂ, ਕੰਟੈਂਟ ਸੂਚੀ ਦੇ ਵਿੱਚ ਅਲੱਗ ਸ਼ਕਤੀਆਂ ਨੇਗੀਆਂ, ਪਰ ਜਿਹੜੀਆਂ ਵਾਧੂ ਸ਼ਕਤੀਆਂ ਬਚ ਜਾਣੀਆਂ ਉਹ ਕਿਹਦੇ ਕੋਲ ਹੋਣਗੀਆਂ, ਸਾਰੀਆਂ ਉਹ ਕੇਂਦਰ ਸਰਕਾਰ ਕੋਲ ਹੀ ਹੋਣਗੀਆਂ। ਫਿਫਥ ਨੰਬਰ ਪੁਆਇੰਟ ਦੇਖੋ ਕੀ ਕਹਿੰਦਾ ਹੈ, ਕਹਿੰਦਾ ਰਾਜ ਦੇ ਰਾਜਪਾਲ ਦੀ ਕੇਂਦਰ ਦੁਆਰਾ ਅਪਾਇੰਟਮੈਂਟ। ਭਾਰਤ ਦੇ ਵਿੱਚ ਜਿੰਨੇ ਵੀ ਰਾਜਪਾਲ ਅਪਾਇੰਟ ਕੀਤੇ ਜਾਂਦੇ ਨੇਗੇ, ਠੀਕ ਹੈ, ਆਰਟੀਕਲ ਨੰਬਰ 153 ਦੇ ਤਹਿਤ ਰਾਜਪਾਲ ਹੋਵੇਗਾ। ਇਹਦੀ ਅਪਾਇੰਟਮੈਂਟ ਜਿਹੜੀ ਕੀਤੀ ਜਾਂਦੀ ਹੈ 155 ਦੇ ਤਹਿਤ ਸਾਡੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਤਾਂ ਕੇਂਦਰ ਦੁਆਰਾ ਕਹਿਣ ਨੂੰ ਰਾਸ਼ਟਰਪਤੀ ਹੁੰਦੀ ਹੈ, ਪਰ ਐਕਚੁਅਲ ਦੇ ਵਿੱਚ ਕਿਹਦੇ ਵੱਲੋਂ ਕੀਤੀ ਜਾਂਦੀ, ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਅਪਾਇੰਟਮੈਂਟ ਉਹਦੀ, ਜਾਂ ਫਿਰ ਮੰਤਰੀ ਪਰਿਸ਼ਦ ਵੱਲੋਂ ਕੀਤੀ ਜਾਂਦੀ ਅਪਾਇੰਟਮੈਂਟ ਉਹਦੀ, ਜਾਂ ਫਿਰ ਇਹ ਗੱਲ ਪ੍ਰਧਾਨ ਮੰਤਰੀ ਦੁਆਰਾ ਅਪਾਇੰਟਮੈਂਟ ਕੀਤੀ ਜਾਂਦੀ ਹੈ ਉਹਦੀ। ਤਾਂ ਰਾਜ ਦੇ ਰਾਜਪਾਲ ਦੀ ਜਿਹੜੀ ਅਪਾਇੰਟਮੈਂਟ ਕੀਤੀ ਜਾਊਗੀ ਉਹ ਕੇਂਦਰ ਸਰਕਾਰ ਵੱਲੋਂ ਕੀਤੀ ਜਾਊਗੀ। 6th ਨੰਬਰ ਪੁਆਇੰਟ ਵੀ ਵੈਰੀ ਇੰਪੋਰਟੈਂਟ ਹੈ, ਸੁਪਰੀਮ ਕੋਰਟ ਦਾ ਸਲਾਹਕਾਰੀ ਫੈਸਲਾ। ਠੀਕ ਹੈ, ਸੁਪਰੀਮ ਕੋਰਟ ਸਾਡੇ ਰਾਸ਼ਟਰਪਤੀ ਨੂੰ ਸਲਾਹ ਦਿੰਦੀ ਹੈ, ਕਿਸ ਮਸਲਿਆਂ ਦੀ ਸਲਾਹ ਦਿੰਦੀ ਹੈ, ਸੰਵਿਧਾਨ ਸੰਬੰਧੀ ਮਸਲਿਆਂ ਦੀ ਸਲਾਹ ਦਿੰਦੀ ਹੈ। ਇਹਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਇੱਕ ਪਾਰਟਿਕੂਲਰ ਆਰਟੀਕਲ ਹੈਗਾ, ਆਰਟੀਕਲ ਨੰਬਰ 143 143 ਨੰਬਰ ਆਰਟੀਕਲ ਹੈ। ਇਹ ਕੀ ਕਹਿੰਦਾ ਜੀ, ਸੁਪਰੀਮ ਕੋਰਟ ਸਾਡੇ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ ਹੈ ਜਾਂ ਰਾਸ਼ਟਰਪਤੀ ਸਲਾਹ ਸੁਪਰੀਮ ਕੋਰਟ ਤੋਂ ਲੈ ਸਕਦਾ ਹੈ। ਉਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰਪਤੀ ਨਿਰਭਰ ਕਰਦਾ, ਉਸ ਸਲਾਹ ਨੂੰ ਦੇਣਾ ਜਾਂ ਨਾ ਦੇਣਾ ਸਾਡੀ ਸੁਪਰੀਮ ਕੋਰਟ ਤੇ ਨਿਰਭਰ ਕਰਦਾ। ਠੀਕ ਹੈ, ਤੇ ਕੈਨੇਡਾ ਦੇ ਸੰਵਿਧਾਨ ਤੋਂ ਕਾਫੀ ਗੱਲਾਂ ਅਸੀਂ ਉਧਾਰ ਲਈਆਂ ਨੇ, ਵੈਰੀ 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 ਇੰਪੋਰਟੈਂਟ ਹੈ, ਇਹ ਯਾਦ ਰੱਖਿਓ ਜੀ। ਨੈਕਸਟ ਹੈ ਸਾਡਾ ਜਾਪਾਨ ਦੇ ਸੰਵਿਧਾਨ ਤੋਂ ਅਸੀਂ ਕੀ ਉਧਾਰ ਲਿਆ ਹੈਗਾ, ਤੇ ਇਹਦੇ ਵਿੱਚ ਕੀ ਆਰਟੀਕਲ 21 ਦੁਆਰਾ ਵਰਣਿਤ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਠੀਕ ਹੈ, ਹੁਣ ਵੈਸੇ ਤਾਂ ਕਾਨੂੰਨ ਦਾ ਸ਼ਾਸਨ ਦਿੱਤਾ ਗਿਆ ਹੈਗਾ, ਪਰ ਇਹ ਕਹਿੰਦਾ ਵੀ ਅਸੀਂ ਕਾਨੂੰਨ ਬਣਾ ਕੇ ਵੀ ਅਸੀਂ ਸ਼ਾਸਨ ਨੂੰ ਚਲਾ ਸਕਦੇ ਹਾਂ। ਮਤਲਬ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਮਤਲਬ ਕੀ ਹੈ ਵੀ ਵਿਸ਼ੇਸ਼ ਕਾਨੂੰਨ ਬਣਾਇਆ ਜਾ ਸਕਦਾ ਹੈਗਾ, ਮਤਲਬ ਕਿਸੇ ਚੀਜ਼ ਨੂੰ ਕਾਨੂੰਨ ਬਣਾ ਕੇ ਵੀ ਕੀ ਕੀਤਾ ਜਾ ਸਕਦਾ, ਬੈਲੈਂਸ ਖਤਮ ਕੀਤਾ ਜਾ ਸਕਦਾ ਉਸ ਚੀਜ਼ ਦਾ। ਤਾਂ ਅਸੀਂ ਕੀ ਤੋਂ ਉਧਾਰ ਲਈ ਹੈਗੀ, ਜਿਵੇਂ ਬਰਾਬਰਤਾ ਖਤਮ ਕੀਤੀ ਜਾ ਸਕਦੀ ਕਾਨੂੰਨ ਦੁਆਰਾ ਸਥਾਪਿਤ, ਪਰ ਉਹ ਕਾਨੂੰਨ ਦੁਆਰਾ ਸਥਾਪਿਤ ਹੀ ਪ੍ਰਕਿਰਿਆ ਹੋਊਗੀ ਇਹ। ਠੀਕ ਹੈ ਜੀ, ਆਰਟੀਕਲ ਨੰਬਰ 21 ਇਹ ਅਸੀਂ ਕੀ ਤੋਂ ਲਿਆ ਜੀ, ਜਾਪਾਨ ਦੇ ਸੰਵਿਧਾਨ ਤੋਂ ਉਧਾਰ ਲਿਆ ਹੈਗਾ। ਨੈਕਸਟ ਦੱਖਣੀ ਅਫਰੀਕਾ ਸੰਵਿਧਾਨ ਤੋਂ ਵੈਰੀ ਇੰਪੋਰਟੈਂਟ ਹੈ ਵੀ, ਇਹ ਕੀ ਕਹਿੰਦਾ ਜੀ, ਸੰਵਿਧਾਨ ਦੀ ਸ਼ੋਧ ਵਿਧੀ। ਆਰਟੀਕਲ ਨੰਬਰ 368 ਦੇ ਵਿੱਚ 368 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਵੀ ਅਸੀਂ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਉਧਾਰ ਲਿਆ ਜੀ। ਕੀ ਲਿਆ ਜੀ ਅਸੀਂ, ਸਾਡੇ ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਸ਼ੋਧ ਕੀਤੀ ਜਾ ਸਕਦੀ ਹੈਗੀ, ਤਾਂ 368 ਦੇ ਵਿੱਚ ਮੈਂਸ਼ਨ ਕੀਤਾ ਗਿਆ, ਵੈਰੀ ਇੰਪੋਰਟੈਂਟ ਹੈ ਇਹ। 2 ਨੰਬਰ ਪੁਆਇੰਟ ਦੇਖੋ ਕੀ ਕਹਿੰਦਾ, ਰਾਜ ਸਭਾ ਦੇ ਮੈਂਬਰਾਂ ਦੀ ਚੋਣ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਊਗੀ, ਸਾਨੂੰ ਪਤਾ ਹੈ ਵੀ MLA ਦੀ ਸੰਖਿਆ ਦੇ ਆਧਾਰ ਦੇ ਉੱਪਰ ਸਾਡੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਠੀਕ ਹੈ ਜੀ, ਤਾਂ ਇਹ ਸਾਰੀ ਚੋਣ ਪ੍ਰਕਿਰਿਆ ਅਸੀਂ ਕਿਤੋਂ ਲਈ ਹੈਗੀ, ਇਹ ਅਸੀਂ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਉਧਾਰ ਲਈ ਹੈ। ਨੈਕਸਟ ਹੈ ਸਾਡਾ ਸੋਵੀਅਤ ਸੰਘ, ਅੱਜ ਕੱਲ ਦਾ ਰੂਸ ਹੈ ਇਹ, USSR ਅਸੀਂ ਇਹਨੂੰ ਆਖਦੇ ਨੇ ਹੁੰਦੇ ਆ। ਇਹ ਤੋਂ ਅਸੀਂ ਕੀ ਉਧਾਰ ਲਿਆ, ਇਹ ਤੋਂ ਅਸੀਂ ਮੌਲਿਕ ਕਰਤੱਵ ਲਏ ਨੇ। ਮੌਲਿਕ ਕਰਤੱਵ ਸਾਡੇ ਸੰਵਿਧਾਨ ਦੇ ਪਾਰਟ ਨੰਬਰ 4A ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ, ਤੇ ਜਿਹਦਾ ਮੈਂਸ਼ਨ ਆਰਟੀਕਲ ਨੰਬਰ 51A ਦੇ ਵਿੱਚ ਕੀਤਾ ਗਿਆ ਹੈਗਾ। ਠੀਕ ਹੈ ਜੀ, ਵੈਰੀ ਇੰਪੋਰਟੈਂਟ ਹੈ ਇਹ। ਠੀਕ ਹੈ, ਮੌਲਿਕ ਕਰਤੱਵ। ਠੀਕ ਹੈ, ਪਹਿਲਾਂ ਸਾਡੇ 10 ਸੀਗੇ, ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਦੇ ਉੱਪਰ ਉਹਨੂੰ ਲਾਗੂ ਕੀਤਾ ਗਿਆ ਸੀ, ਹੁਣ ਸਾਡੇ 11 ਆ ਗਏ। ਠੀਕ ਹੈ ਜੀ, 11ਵਾਂ ਕਿਹੜਾ ਆ ਗਿਆ ਇਹਦੇ ਵਿੱਚ, ਜਿਹਦੇ ਵਿੱਚ 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚੇ ਨੇਗੇ ਉਹਨਾਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈਗਾ। ਠੀਕ ਹੈ ਜੀ, 86 ਅਮੈਂਡਮੈਂਟ ਸਾਡੀ ਜਿਹੜੀ 2002 ਦੇ ਵਿੱਚ ਹੋਈ ਸੀ, ਉਹਦੇ ਦੁਆਰਾ ਇਹਨੂੰ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀਗਾ। ਮੌਲਿਕ ਕਰਤੱਵ ਆ ਗਏ ਦੇ ਵਿੱਚ। ਨੈਕਸਟ ਹੈ ਜੀ ਪ੍ਰਸਤਾਵਨਾ ਦੇ ਵਿੱਚ ਨਿਆਇਕ ਆਦਰਸ਼। ਸਾਡੇ ਨਿਆਇਕ ਆਦਰਸ਼ ਹੋਣਗੇ, ਕਿਹੜੇ ਕਿਹੜੇ ਨਿਆਇਕ ਆਦਰਸ਼ ਹੋਣਗੇ, 3 ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਅਸੀਂ ਰਾਜਨੀਤਿਕ ਨਿਆਂ ਪ੍ਰਦਾਨ ਕਰਾਂਗੇ, ਅਸੀਂ ਸਮਾਜਿਕ ਨਿਆਂ ਪ੍ਰਦਾਨ ਕਰਾਂਗੇ, ਤੇ ਅਸੀਂ ਠੀਕ ਹੈ ਜੀ ਆਰਥਿਕ ਨਿਆਂ ਪ੍ਰਦਾਨ ਕਰਾਂਗੇ ਇਹਦੇ ਵਿੱਚ। ਠੀਕ ਹੈ ਜੀ, ਇਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਜਿਹੜੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਜਿਹੜੇ ਜਸਟਿਸ ਹੈਗਾ ਉਹ ਵੀ ਅਸੀਂ USSR ਦੇ ਸੰਵਿਧਾਨ ਤੋਂ ਉਧਾਰ ਲਿਆ ਹੈਗਾ। ਥਰਡ ਹੈ ਜੀ ਪਲੈਨਡ ਇਕੋਨਮੀ, ਨਿਯੋਜਿਤ ਅਰਥ ਵਿਵਸਥਾ। ਤਾਂ ਇਹ USA ਦੇ ਵਿੱਚ, ਸੌਰੀ ਰਸ਼ੀਆ ਦੇ ਵਿੱਚ ਸਟਾਲਿਨ ਨੇ, ਜੋਸੇਫ ਸਟਾਲਿਨ ਸ਼ਾਸਕ ਹੋਏਗਾ ਰਸ਼ੀਆ ਦਾ, ਉਹਨੇ ਸਟਾਰਟ ਕੀਤੀ ਸੀ ਪਲੈਨਡ ਇਕੋਨਮੀ। ਠੀਕ ਹੈ, ਮਤਲਬ
ਇਕੋਨਮੀ ਨੂੰ ਚਲਾਉਣ ਲਈ ਪਲਾਨ ਕੀਤੇ ਜਾਂਦੇ ਨੇ। ਪਹਿਲਾਂ ਜਿਵੇਂ ਭਾਰਤ ਦੇ ਵਿੱਚ 5 ਸਾਲਾਂ ਯੋਜਨਾਵਾਂ ਚਲਾਈਆਂ ਗਈਆਂ ਨੇ, ਤਾਂ ਉਹ ਇੱਕ ਪਲਾਨਡ ਇਕੋਨਮੀ ਦਾ ਹਿੱਸਾ ਸੀਗੀ। 5 ਸਾਲਾਂ ਯੋਜਨਾਵਾਂ ਸੀਗੀਆਂ, ਉਹ ਸਭ ਤੋਂ ਪਹਿਲਾਂ ਰਸ਼ੀਆ 'ਚ ਸ਼ੁਰੂ ਕੀਤੀਆਂ ਗਈਆਂ ਸੀਗੀਆਂ। ਰਸ਼ੀਆ ਤੋਂ ਬਾਅਦ, ਕਿਉਂਕਿ ਭਾਰਤ ਉਸ ਟਾਈਮ ਰਸ਼ੀਆ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ, ਅੱਜ ਕੱਲ੍ਹ ਤਾਂ ਇਹ ਯੋਜਨਾਵਾਂ ਬੰਦ ਕਰ ਰੱਖੀਆਂ ਨੇਗੀਆਂ ਸਰਕਾਰ ਨੇ, ਠੀਕ ਹੈ। ਤੇ ਉਸ ਯੋਜਨਾਵਾਂ ਸਾਰੀਆਂ ਦਾ ਜਿਹੜਾ ਪਲਾਨ ਕੀਤਾ ਗਿਆ ਸੀ, ਉਹ ਕਿਤੋਂ ਕੀਤਾ ਗਿਆ ਸੀ? ਪ੍ਰੇਰਿਤ ਹੋ ਕੇ, ਉਹ USSR ਜਾਂ ਰਸ਼ੀਆ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਸੀ। ਤੇ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਇਹ। ਨੈਕਸਟ ਗੱਲ ਕਰਦੇ ਹਾਂ ਜੀ, ਫਰਾਂਸ ਦੇ ਸੰਵਿਧਾਨ ਤੋਂ ਅਸੀਂ ਕੀ ਕੁਛ ਸੁਧਾਰ ਲਿਆ ਹੈਗਾ। 1946 ਦਾ ਫਰਾਂਸ ਦਾ ਸੰਵਿਧਾਨ ਸੀਗਾ, ਇਹ ਤੋਂ ਕਿਹੜੀਆਂ ਗੱਲਾਂ ਅਸੀਂ ਉਧਾਰ ਲਈਆਂ ਨੇਗੀਆਂ। ਸਭ ਤੋਂ ਪਹਿਲਾਂ ਹੈਗਾ ਜੀ ਗਣਤੰਤਰ, ਰਿਪਬਲਿਕ। ਰਿਪਬਲਿਕ ਦਾ ਮਤਲਬ ਕੀ ਹੁੰਦਾ ਬਈ? ਠੀਕ ਹੈ ਜੀ, ਕੀ ਹੁੰਦਾ ਰਿਪਬਲਿਕ ਦਾ ਮਤਲਬ? ਇਹਦਾ ਮਤਲਬ ਇਹ ਹੈ ਵੀ ਜਿਹੜਾ ਦੇਸ਼ ਦਾ ਮੁਖੀ ਹੋਵੇਗਾ, ਹੁਣ ਦੇਸ਼ ਦਾ ਮੁਖੀ ਸਾਡੇ ਕੌਣ ਹੈਗਾ? ਤਾਂ ਸਾਡੇ ਪ੍ਰੈਜ਼ੀਡੈਂਟ ਹੈਗਾ। ਤਾਂ ਜਿਹੜਾ ਦੇਸ਼ ਦਾ ਮੁਖੀ ਹੋਵੇਗਾ ਉਹ ਲੋਕਾਂ ਦੁਆਰਾ ਚੁਣਿਆ ਗਿਆ ਕੋਈ ਨੁਮਾਇੰਦਾ ਹੋਵੇਗਾ, ਨਾ ਕਿ ਕੋਈ ਰਾਜਾ ਜਾਂ ਰਾਣੀ ਹੋਵੇਗਾ। ਠੀਕ ਹੈ, ਜਿਵੇਂ ਪਹਿਲਾਂ ਚੱਲਦਾ ਸੀ ਰਾਜਾ ਰਾਣੀ, ਹਾਂ ਨਿਰਕੁੰਜ ਸ਼ਾਸਨ ਹੁੰਦੇ ਸੀ ਪਹਿਲਾਂ, ਠੀਕ ਹੈ। ਉਹਦਾ ਫਾਦਰ ਬਣ ਗਿਆ, ਫਿਰ ਅੱਗੇ ਉਹਦਾ ਪੁੱਤਰ ਬਣ ਗਿਆ, ਫਿਰ ਅੱਗੇ ਉਹਦਾ ਪੁੱਤਰ ਬਣ ਗਿਆ, ਫਿਰ ਉਹਦਾ ਪੁੱਤਰ ਬਣ ਗਿਆ, ਠੀਕ ਹੈ, ਇਸ ਤਰ੍ਹਾਂ ਚੱਲਦਾ। ਪਰ ਹੁਣ ਇਸ ਟਾਈਮ ਜਦੋਂ ਅਸੀਂ ਗਣਤੰਤਰ ਬਣੇ ਆ, ਤਾਂ ਸਾਡੇ ਦੇਸ਼ ਦੇ ਵਿੱਚ ਕੋਈ ਚੁਣਿਆ ਗਿਆ ਨੁਮਾਇੰਦਾ ਹੀ, ਚਾਹੇ ਉਹ ਪ੍ਰਤੱਖ ਤਰੀਕੇ ਨਾਲ ਚੁਣਿਆ ਜਾਵੇ ਜਾਂ ਫਿਰ ਉਹ ਅਪ੍ਰਤੱਖ ਤਰੀਕੇ ਨਾਲ ਚੁਣਿਆ ਗਿਆ ਜਾਵੇ, ਉਹ ਭਾਰਤ ਦਾ ਮੁਖੀ ਹੋਵੇਗਾ। ਠੀਕ ਹੈ, ਤਾਂ ਗਣਤੰਤਰ ਦਾ ਮਤਲਬ ਇਹ ਹੋ ਗਿਆ ਵੀ ਦੇਸ਼ ਦਾ ਮੁਖੀ ਕੋਈ ਚੁਣਿਆ ਗਿਆ ਨੁਮਾਇੰਦਾ ਹੀ ਹੋਵੇਗਾ। ਇਸ ਤੋਂ ਇਲਾਵਾ 1799 ਦੀ ਜਿਹੜੀ ਫਰਾਂਸ ਦੀ ਕ੍ਰਾਂਤੀ ਹੈਗੀ, ਉਹਦੇ ਵਿੱਚ ਬਹੁਤ ਸਾਰੇ ਆਦਰਸ਼ ਸੀਗੇ। ਕਿਹੜੇ ਸੀ? ਸੁਤੰਤਰਤਾ ਦੇ, ਸਮਾਨਤਾ ਦੇ, ਠੀਕ ਹੈ ਜੀ, ਇਹ ਕੁਝ ਆਦਰਸ਼ ਸੀਗੇ ਉਹਦੇ ਵਿੱਚ, ਠੀਕ ਹੈ। ਤੇ ਇਹ ਅਸੀਂ ਕਿਤੋਂ ਦੇਸ਼ ਤੋਂ, ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਲਏ ਨੇ? ਫਰਾਂਸ ਦੇ ਸੰਵਿਧਾਨ ਤੋਂ ਅਸੀਂ ਪ੍ਰੇਰਿਤ ਹੋ ਕੇ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ, ਸਾਡੀ ਪ੍ਰਸਤਾਵਨਾ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਗਿਆ। ਨੈਕਸਟ ਹੈ ਜੀ ਜਰਮਨੀ ਦਾ ਜਿਹੜਾ ਵੀਮਰ ਸੰਵਿਧਾਨ ਸੀਗਾ 1933 ਦਾ, ਕਿ ਕੰਪੀਟੀਸ਼ਨ ਵਿੱਚ ਕੁਐਸਚਨ ਆ ਚੁੱਕਾ ਡਾਇਰੈਕਟ। ਤਾਂ ਇਹ ਤੋਂ ਅਸੀਂ ਕੀ ਲਿਆ ਹੈਗਾ? ਇਹ ਤੋਂ ਅਸੀਂ ਐਮਰਜੈਂਸੀ ਵਿਵਸਥਾ ਲਈ ਹੈਗੀ। ਐਮਰਜੈਂਸੀ ਵਿਵਸਥਾ ਹੁਣ ਸਾਨੂੰ ਪਤਾ ਹੈ ਵੀ ਸਾਡੇ 3 ਪ੍ਰਕਾਰ ਦੀ ਐਮਰਜੈਂਸੀ ਵਿਵਸਥਾ ਦਿੱਤੀ ਗਈ ਹੈ। ਇੱਕ ਤਾਂ ਦੇਖੋ ਵਿੱਤੀ ਜਿਹੜੀ ਐਮਰਜੈਂਸੀ ਉਹ ਤਾਂ ਅਸੀਂ US ਤੋਂ ਉਧਾਰ ਲਈ। ਜਿਹੜੀਆਂ ਦੋ ਨੇਗੀਆਂ ਸਾਡੀਆਂ, ਜਿਵੇਂ ਇਹਦੇ ਵਿੱਚ ਅਸੀਂ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦੇ ਹਾਂ, ਜਿਹਦਾ ਵਰਣਨ ਸਾਡੇ ਆਰਟੀਕਲ ਨੰਬਰ 352 ਦੇ ਵਿੱਚ ਦਿੱਤਾ ਜਾਂਦਾ ਹੈ, 352 ਨੰਬਰ ਆਰਟੀਕਲ ਦੇ ਵਿੱਚ। ਕਿਵੇਂ ਲੱਗੇਗੀ? ਇਹ ਸਾਡੀਆਂ ਰਾਸ਼ਟਰਪਤੀ ਦੀ ਸ਼ਕਤੀਆਂ ਨੇ ਕਿ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ ਤੁਹਾਨੂੰ, ਠੀਕ ਹੈ, ਤੁਸੀਂ ਦੇਖ ਸਕਦੇ ਹੋਗੇ। ਦੂਸਰੀ ਜਿਹੜੀ ਸਾਡੀ ਐਮਰਜੈਂਸੀ ਵਿਵਸਥਾ ਹੈਗੀ, ਉਹ ਹੈਗੀ ਸਾਡੀ ਪ੍ਰੈਜ਼ੀਡੈਂਟ ਰੂਲ, ਰਾਸ਼ਟਰਪਤੀ ਸ਼ਾਸਨ। ਇਹਦਾ ਵਰਣਨ ਕੀਤਾ ਗਿਆ ਸਾਡੇ ਆਰਟੀਕਲ ਨੰਬਰ 356 ਦੇ ਵਿੱਚ, ਠੀਕ ਹੈ ਜੀ। ਕਿਸੇ ਸਟੇਟ ਦੇ ਵਿੱਚ ਰਾਸ਼ਟਰੀ ਸ਼ਾਸਨ ਲਾਇਆ ਜਾ ਸਕਦਾ, ਉਹਦੇ ਕਿਹੜੇ ਕਾਰਨ ਹੋ ਸਕਦੇ ਨੇ, ਉਹਦੇ ਬਾਰੇ ਅਲੱਗ ਤੋਂ ਕਲਾਸ ਇੱਕ ਬਣਾਈ ਗਈ ਹੈ, ਤੁਸੀਂ ਦੇਖ ਸਕਦੇ ਹੋ ਉਸ ਕਲਾਸ ਨੂੰ, ਠੀਕ ਹੈ। ਜਰਮਨੀ ਦਾ ਜਿਹੜਾ ਵੀਮਰ ਸੰਵਿਧਾਨ ਹੈ ਕਾਫੀ ਇੰਪੋਰਟੈਂਟ ਹੈ, 1933 ਵਾਲਾ। ਇਹਦੇ ਵਿੱਚ ਐਮਰਜੈਂਸੀ ਜਿਹੜੀ ਪਾਵਰਸ ਨਹੀਂ ਹੈ ਰਾਸ਼ਟਰਪਤੀ ਦੀ, ਉਹਦੇ ਬਾਰੇ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਆਰਟੀਕਲ ਨੰਬਰ 352 ਦੇ ਤਹਿਤ ਨੈਸ਼ਨਲ ਐਮਰਜੈਂਸੀ ਹੋਵੇਗੀ ਤੇ ਪ੍ਰੈਜ਼ੀਡੈਂਟ ਜਿਹੜਾ ਸ਼ਾਸਨ ਹੋਵੇਗਾ, ਰਾਸ਼ਟਰੀ ਸ਼ਾਸਨ ਹੋਵੇਗਾ, ਉਹ ਆਰਟੀਕਲ ਨੰਬਰ 366 ਦੇ ਵਿੱਚ ਹੋਵੇਗਾ, 356 ਦੇ ਵਿੱਚ, 356 ਨੰਬਰ ਆਰਟੀਕਲ ਦੇ ਵਿੱਚ ਹੋਵੇਗਾ। ਨੈਕਸਟ ਹੈ ਜੀ ਲਾਸਟ ਦੇ ਵਿੱਚ ਹੈ, ਜਿਵੇਂ ਸਾਨੂੰ ਪਤਾ ਹੈ ਵੀ ਅਸੀਂ ਮੋਸਟਲੀ ਜਿਹੜਾ ਸਾਡਾ ਸੰਵਿਧਾਨ ਦਾ ਹਿੱਸਾ ਹੈਗਾ, ਪਾਰਟ ਹੈਗਾ, ਉਹ ਅਸੀਂ 70% ਦੇ ਕਰੀਬ ਜਿਹੜਾ ਪਾਰਟ ਹੈਗਾ ਸਾਡਾ, ਉਹ ਅਸੀਂ 1935 ਦੇ ਐਕਟ ਤੋਂ ਲਿਆ ਹੈਗਾ, ਠੀਕ ਹੈ। ਕਿਉਂਕਿ ਭਾਵੇਂ ਜ਼ਿਆਦਾ ਇੰਪਲੀਮੈਂਟ ਨਹੀਂ ਕੀਤਾ ਗਿਆ ਸੀ 1935 ਦਾ ਐਕਟ, ਪਰ ਫਿਰ ਵੀ ਪ੍ਰਭਾਵੀ ਸੀ ਇਹ ਕਾਫੀ ਜ਼ਿਆਦਾ, ਠੀਕ ਹੈ। ਇਹਦੇ ਵਿੱਚ ਲਗਭਗ 250 ਦੇ ਕਰੀਬ ਅਸੀਂ ਅਨੁਛੇਦ ਜਿਹੜੇ ਸੀ ਇਹ ਤੋਂ ਉਧਾਰ ਲਏ। ਜਿਵੇਂ ਗਵਰਨਰ ਦੇ ਕੰਮ ਨੇ, ਇਹਦੇ ਵਿੱਚ ਕਿਹੜੇ ਕੰਮ ਹੋਣਗੇ, ਇਹਦੇ ਵਿੱਚ ਸਾਡੀ ਜੁਡੀਸ਼ਰੀ ਹੈਗੀ, ਇਹ ਅਸੀਂ ਉਧਾਰ ਲਈ ਹੈ, ਠੀਕ ਹੈ ਜੀ। ਪਬਲਿਕ ਸਰਵਿਸ ਕਮਿਸ਼ਨ ਹੈਗਾ, ਠੀਕ ਹੈ। 1924 ਦੇ ਵਿੱਚ ਲੀ ਕਮਿਸ਼ਨ ਬਣਿਆ ਸੀ, ਉਹਦੇ ਤਹਿਤ ਇਹ ਪਬਲਿਕ ਸਰਵਿਸ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਭਾਰਤ ਦੇ ਵਿੱਚ, ਠੀਕ ਹੈ। ਤੇ ਕਾਫੀ ਇੰਪੋਰਟੈਂਟ ਹੈ ਸਾਡਾ 1935 ਦਾ ਐਕਟ ਵੀ, ਠੀਕ ਹੈ। ਡਾਇਰੈਕਟ ਤੌਰ ਤੇ ਕੁਐਸਚਨ ਨਹੀਂ ਪੁੱਛੇ ਗਏ ਨੇ, ਜ਼ਿਆਦਾਤਰ ਤਾਂ ਕੁਐਸਚਨ ਨਹੀਂ ਪੁੱਛੇ ਗਏ ਨੇ ਇਹਦੇ ਵਿੱਚ ਵੀ ਅਸੀਂ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਜ਼ਿਆਦਾਤਰ ਇਹ ਕਿਹੜੇ ਦੇਸ਼ ਤੋਂ ਪ੍ਰਭਾਵਿਤ ਹੈ ਜਾਂ ਕਿਹੜੇ ਸੰਵਿਧਾਨ ਤੋਂ ਪ੍ਰਭਾਵਿਤ ਸੀਗਾ। ਇਹ ਤਾਂ ਇਹ 1935 ਦਾ ਐਕਟ ਸੀ, ਭਾਰਤ ਸਰਕਾਰ ਦਾ ਐਕਟ ਸੀਗਾ, ਉਹ ਤੋਂ ਪ੍ਰਭਾਵਿਤ ਸੀਗਾ। ਉਸ ਤੋਂ ਬਾਅਦ ਜਾ ਕੇ ਫਿਰ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਹੋ ਜਾਂਦਾ। ਵੈਸੇ ਤਾਂ ਸਾਰੇ ਇੰਪੋਰਟੈਂਟ ਨੇ, ਪਰ ਫਿਰ ਵੀ ਜਿਹੜੇ ਜ਼ਿਆਦਾਤਰ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ, USA ਦੇ ਪੁੱਛੇ ਜਾਂਦੇ ਨੇ, ਬ੍ਰਿਟੇਨ ਦੇ ਪੁੱਛੇ ਜਾਂਦੇ ਨੇ, USSR ਦੇ ਪੁੱਛੇ ਗਏ ਨੇ, ਫਰਾਂਸ ਦੇ ਪੁੱਛੇ ਗਏ ਨੇ, ਲਗਭਗ ਸਾਰੇ ਹੀ ਵੈਰੀ ਇੰਪੋਰਟੈਂਟ ਨੇ। ਕੈਨੇਡਾ ਦੇ ਬਹੁਤ ਸਾਰੇ ਕੁਐਸਚਨ ਆਏ ਹੋਏ ਨੇ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਵੈਰੀ ਇੰਪੋਰਟੈਂਟ ਕਲਾਸ ਸੀ ਤੁਹਾਡੇ ਵਾਸਤੇ ਅੱਜ, ਸੋਰਸ ਆਫ ਇੰਡੀਅਨ ਕੰਸਟੀਟਿਊਸ਼ਨ, ਭਾਰਤ ਦੇ ਸੰਵਿਧਾਨ ਦੇ ਸਰੋਤ ਕਿਹੜੇ ਨੇਗੇ। ਅਲੱਗ-ਅਲੱਗ ਐਗਜ਼ਾਮ ਦੇ ਵਿੱਚ, ਕਲੈਰੀਕਲ ਦੇ ਐਗਜ਼ਾਮ ਤੋਂ ਲੈ ਕੇ IAS ਤੱਕ ਦੇ ਜਿਹੜੇ ਪੇਪਰ ਨੇਗੇ, ਉਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਠੀਕ ਹੈ। ਤਾਂ ਇਹ ਸੀ ਤੁਹਾਡੀ ਵੈਰੀ ਇੰਪੋਰਟੈਂਟ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਲਾਈਕ ਕਰ ਦਿਓ, ਸ਼ੇਅਰ ਨੂੰ, ਵੀਡੀਓ ਨੂੰ ਸ਼ੇਅਰ ਕਰ ਦਿਓ, ਠੀਕ ਹੈ। ਜੇ ਚੈਨਲ ਦੇ ਉੱਪਰ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਠੀਕ ਹੈ। ਚਲੋ ਇਸੇ ਤਰ੍ਹਾਂ ਦੀ ਕਲਾਸਿਸ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਹਾਂਗੇ, ਠੀਕ ਹੈ। ਤੇ ਮਿਲਦੇ ਫਿਰ ਇੱਕ ਨਵੀਂ ਕਲਾਸ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।